ਸਾਂਝਾ ਟੀਵੀ ਤੋਂ ਖਾਸ ਮੁਲਾਕਾਤ ਲੈ ਕੇ ਮੈਂ ਦਵਿੰਦਰ ਸਿੰਘ ਬੈਨੀਪਾਲ ਤੁਹਾਡੀ ਸਭਨਾਂ ਦੀ ਕਚਹਿਰੀ ਵਿੱਚ ਹਾਜ਼ਰ ਹਾਂ। ਮੇਰੇ ਵੱਲੋਂ ਤੁਹਾਡਾ ਸਭਨਾਂ ਦਾ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲਬਾਤ ਕਰਨੀ ਹੈ ਤੇ ਇਸ ਗੱਲਬਾਤ ਦੇ ਵਿੱਚ ਮਾਹਿਰ ਮੇਰਾ ਸਾਥ ਦੇਣਗੇ। ਵੀਜ਼ਾ ਲਿੰਕ ਤੋਂ ਦੇਵ ਗਿੱਲ ਅਤੇ ਗੁਰਮੀਤ ਸਿੱਧੂ ਦੋਵੇਂ ਬਾਈ ਮੇਰੇ ਦਰਮਿਆਨ ਨੇ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰੀਏ। ਤੇ ਫਿਰ ਬਹੁਤ ਸਾਰੇ ਉਹ ਪੇਚੀਦਾ ਜਿਹੇ ਮਸਲੇ ਹੈ ਜਿਹੜੇ ਲਗਭਗ ਸਾਡੀ ਸਮਝ ਤੋਂ ਬਾਹਰ ਹੁੰਦੇ ਆ, ਪਰ ਮਾਹਿਰਾਂ ਵਾਸਤੇ ਉਹ ਕੋਈ ਵੱਡੀ ਗੱਲ ਨਹੀਂ ਹੁੰਦੇ। ਪਰ ਆਓ ਇਹ ਜਾਣਕਾਰੀਆਂ ਸਾਰੀਆਂ ਲੈਣੇ ਆ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਿੱਧੂ ਸਾਹਿਬ ਤੇ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਬੀਤੇ ਲਗਭਗ 8-9 ਮਹੀਨਿਆਂ ਤੋਂ ਉਡੀਕਿਆ ਜਾ ਰਿਹਾ ਸੀ ਕਿ ਕਦੋਂ ਲਿਬਰਲ ਸਰਕਾਰ, ਟਰੂਡੋ ਸਰਕਾਰ ਇਹ ਕਹੇ ਕਿ ਮਾਪਿਆਂ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਸੱਦੋ ਤੇ ਐਪਲੀਕੇਸ਼ਨ ਔਨ ਕਰੀਏ। ਜਿਸ ਦਿਨ ਤੋਂ ਤਰੀਕ ਦਾ ਐਲਾਨ ਕੀਤਾ ਸੀ, ਖੈਰ ਹੁਣ ਤਾਂ ਐਪਲੀਕੇਸ਼ਨਾਂ ਭਰੀਆਂ ਜਾਣ ਲੱਗ ਪਈਆਂ। ਕਿੰਨੀ ਕੁ ਇਨਕੁਆਇਰੀ ਆਉਣ ਲੱਗੀ? ਇਨਕੁਆਇਰੀ ਬਹੁਤ ਹੈ ਜੀ। ਇਹ ਜਿਹੜਾ ਪ੍ਰੋਗਰਾਮ ਸੀਗਾ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਦੀ ਸਪਾਂਸਰਸ਼ਿਪ ਦਾ, ਇਹ ਇੱਕ ਮਚ ਅਵੇਟਡ ਪ੍ਰੋਗਰਾਮ ਸੀ ਸਾਰੇ ਕੈਨੇਡੀਅਨਸ ਦੇ ਵੱਲੋਂ। ਖਾਸ ਤੌਰ ਤੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹੁੰਦੇ ਆ ਇਮੀਗ੍ਰੇਸ਼ਨ ਦੇ, ਉਹ ਮੋਸਟਲੀ ਇਮੀਗ੍ਰੈਂਟਸ ਨੂੰ ਅਟਰੈਕਟ ਕਰਨ ਲਈ ਹੁੰਦੇ ਆ ਜਿਹੜੇ ਆਊਟਸਾਈਡ ਆਫ ਜਿਹੜੇ ਕੈਨੇਡਾ ਤੋਂ ਰਹਿੰਦੇ ਆ। ਪਰ ਜਿਹੜਾ ਇਹ ਪ੍ਰੋਗਰਾਮ ਹੈ ਜੀ, ਇਹ ਖਾਸ ਤੌਰ ਤੇ ਕੈਨੇਡੀਅਨਸ ਨੂੰ ਬਹੁਤ ਅਟਰੈਕਟ ਕਰਦਾ ਹੈ ਜਿਹੜੇ ਇੱਥੇ ਰਹਿ ਰਹੇ ਆ ਜੀ। ਸੋ ਇਸ ਪ੍ਰੋਗਰਾਮ ਦੀ ਬਹੁਤ ਜ਼ਿਆਦਾ ਵੇਟ ਹੋ ਰਹੀ ਸੀਗੀ। ਸਾਨੂੰ ਬਹੁਤ ਕਾਲਸ ਆਉਂਦੀਆਂ ਸੀਗੀਆਂ ਕਿ ਇਹ ਪ੍ਰੋਗਰਾਮ ਕਦੋਂ ਖੁੱਲੂਗਾ, ਕਿੰਨਾ ਟਾਈਮ ਲੱਗਣਾ ਇਹ ਪ੍ਰੋਗਰਾਮ ਖੁੱਲ੍ਹਣ ਲਈ। ਸੋ ਗਵਰਨਮੈਂਟ ਨੇ ਅਚਾਨਕ ਇਸ ਮੌਕੇ ਤੇ ਅਕਤੂਬਰ ਦੇ ਵਿੱਚ ਆ ਕੇ ਅਨਾਊਂਸਮੈਂਟ ਕੀਤੀ ਆ ਕਿ ਅਸੀਂ 10,000 ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀਆਂ ਲਵਾਂਗੇ। ਉਹਨਾਂ ਨੇ ਇਹਦੇ ਲਈ ਟਾਈਮ ਰੱਖਿਆ ਜੀ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪਿਛਲੀ ਵਾਰੀ ਦਾ ਜਿਹੜਾ ਪ੍ਰੋਗਰਾਮ ਸੀ ਜਾਂ ਇਸ ਤੋਂ ਪਹਿਲਾਂ ਜਿਹੜਾ ਲੈ ਰਹੇ ਸੀ ਪਿਛਲੇ 3-4 ਸਾਲਾਂ ਤੋਂ ਐਪਲੀਕੇਸ਼ਨਸ, ਉਹ ਸਾਰਾ ਜਿਹੜਾ ਸੀਗਾ ਜੀ ਉਹ ਇੱਕ ਜਿਵੇਂ ਬਹਿਸ ਦਾ ਵਿਸ਼ਾ ਬਣ ਗਿਆ ਸੀ ਕੈਨੇਡਾ ਦੇ ਵਿੱਚ। ਐਂਡ ਜਿਹੜੇ ਕੈਨੇਡੀਅਨ ਸੀ ਉਹਨਾਂ ਨੇ ਉਹਨੂੰ ਪ੍ਰੋਗਰਾਮ ਨੂੰ ਲਾਈਕ ਨਹੀਂ ਕੀਤਾ ਕਿ ਸਿਰਫ ਜਿਹੜੀਆਂ 10,000 ਐਪਲੀਕੇਸ਼ਨਾਂ ਸੀ 4 ਤੋਂ 5 ਮਿੰਟਾਂ 'ਚ ਪਿਛਲੇ ਸਾਲ ਭਰੀਆਂ ਗਈਆਂ ਸੀ। ਐਂਡ ਇਹਦਾ ਇਹ ਪ੍ਰੋਗਰਾਮ ਸੀ ਜਿਹੜੇ ਲੋਕ ਪੁਰਾਣੇ 15-15 ਸਾਲ ਤੋਂ 10-10 ਸਾਲ ਤੋਂ ਵੇਟ ਕਰਦੇ ਸੀਗੇ, ਉਹ ਰਹਿ ਗਏ ਜੀ। ਜਿਹੜੇ ਪਿਛਲੇ 2-3 ਸਾਲ ਤੋਂ ਟਰਾਈ ਕੀਤੇ ਉਹ ਵਿੱਚ ਆ ਗਏ ਜੀ। ਸੋ ਜਸਟੀਫਾਈ ਨਹੀਂ ਹੋ ਸਕਿਆ ਜੀ। ਸੋ ਇਸ ਵਾਰੀ ਗਵਰਨਮੈਂਟ ਨੇ ਇਹਨੂੰ ਕੌਸ਼ਨ ਲਈ ਰਿਲੀਜ਼ ਕੀਤਾ ਜੀ ਪ੍ਰੋਗਰਾਮ ਨੂੰ। ਐਂਡ ਇਹਦੇ ਵਿੱਚ ਇਹਨਾਂ ਨੇ ਟਾਈਮ ਰੱਖਿਆ ਹੈ ਜਿਵੇਂ 13 ਅਕਤੂਬਰ ਤੋਂ ਲੈ ਕੇ ਤੇ 3 ਨਵੰਬਰ ਤੱਕ ਜਿਹੜੀਆਂ ਇਹ ਐਪਲੀਕੇਸ਼ਨ ਜਿਹੜੀਆਂ ਇੰਟਰਸਟ ਆਫ ਐਕਸਪ੍ਰੈਸ਼ਨ ਆਫ ਇੰਟਰਸਟ ਇਹ ਲੈਣਗੇ ਜੀ ਉਹ। ਐਂਡ ਇਹਦੇ ਵਿੱਚੋਂ ਫਿਰ ਛਾਂਟੀ ਹੋਊਗੀ ਜੀ। ਐਪਲੀਕੇਸ਼ਨਾਂ 10,000 ਐਪਲੀਕੇਸ਼ਨਾਂ ਚੋਂ ਲੈਣਗੇ, ਲੋਟਰੀ ਸਿਸਟਮ ਰਾਹੀਂ ਕੱਢਣਗੇ ਜੀ, ਤੇ ਉਹ ਜਿਹੜੀਆਂ ਐਪਲੀਕੇਸ਼ਨ ਐਕਸੈਪਟ ਕੀਤੀਆਂ ਜਾਣਗੀਆਂ, ਕੰਪਲੀਟ ਐਪਲੀਕੇਸ਼ਨਸ ਲਈਆਂ ਜਾਣਗੀਆਂ ਜੀ। ਅੱਛਾ, ਪਿਛਲੀ ਵਾਰੀ ਤਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ 4-5 ਮਿੰਟ 'ਚ ਖੇਲ ਖਤਮ ਹੋ ਗਿਆ। ਹਾਂਜੀ। ਮੇਰੇ ਵਰਗੇ ਕਈ ਲੱਭਦੇ ਰਹਿੰਦੇ ਨੇ A ਕਿੱਥੇ ਹੈ, B ਕਿੱਥੇ ਹੈ ਵਿਚਾਰਾ, ਕਿਉਂਕਿ ਕੰਪਿਊਟਰ ਦੀ ਸਪੀਡ ਕਿੰਨੀ ਤੇਜ਼ ਹੁੰਦੀ ਹੈ। ਕਈ ਵਾਰੀ ਸਾਡੇ ਕੋਲ ਪੂਰੇ ਡਾਕੂਮੈਂਟ ਹੀ ਨਹੀਂ ਹੁੰਦੇ। ਹਾਂਜੀ। ਹੁਣ ਬਾਈ ਜੀ ਤੁਸੀਂ ਦੱਸਿਓ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ 3 ਹਫ਼ਤਿਆਂ ਦਾ ਸਮਾਂ, 3 ਨਵੰਬਰ ਤੱਕ ਇਹ ਐਪਲੀਕੇਸ਼ਨ 'ਚ ਭਰੀਆਂ ਜਾ ਸਕਦੀਆਂ ਨੇ। ਇਹ ਆਨਲਾਈਨ ਨੇ ਜਾਂ ਪੇਪਰ ਫਾਈਲ ਹੈ? ਸਭ ਤੋਂ ਪਹਿਲਾਂ ਮੈਨੂੰ ਇਹ ਦੱਸਿਓ। ਤੇ ਡਾਕੂਮੈਂਟ ਕਿਹੜੇ-ਕਿਹੜੇ ਲਾਜ਼ਮੀ ਤਿਆਰ ਰੱਖਣ ਲੋਕ ਜਿਨ੍ਹਾਂ ਨੇ ਕਰਨੀਆਂ ਨੇ? ਹਾਂਜੀ, ਇਹਦੇ ਵਿੱਚ ਬੜਾ ਉਹਨਾਂ ਨੇ ਸਿੰਪਲੀਫਾਈਡ ਪ੍ਰੋਸੀਜਰ ਕੀਤਾ। ਸਭ ਤੋਂ ਪਹਿਲਾਂ ਤਾਂ ਜਿਹਨੇ ਸਪਾਂਸਰ ਕਰਨਾ ਜੀ, ਉਹਦੇ ਵਿੱਚ ਇਹ ਵੀ ਜਿਹਦਾ ਰਿਸ਼ਤਾ ਉਹ ਹੀ ਸਪਾਂਸਰਸ਼ਿਪ ਦੇ ਵਿੱਚ ਮੇਨ ਹੋਊਗਾ। ਮੰਨ ਲਓ ਜੇ ਵਾਈਫ ਨੇ ਸਪਾਂਸਰ ਕਰਨਾ ਆਪਣੇ ਪੇਰੈਂਟਸ ਨੂੰ ਤਾਂ ਮੇਨ ਐਪਲੀਕੈਂਟ ਉਹ ਹੋਊਗਾ ਜੀ। ਤਾਂ ਉਹਦੇ ਵਿੱਚ ਉਹਦਾ ਕੈਨੇਡੀਅਨ ਪ੍ਰੂਫ ਰੈਜ਼ੀਡੈਂਸੀ ਦਾ, ਜੇ ਉਹ PR ਦਾ PR ਕਾਰਡ ਦੀ ਕਾਪੀ, ਤੇ ਜੇ ਉਹ ਸਿਟੀਜ਼ਨ ਦਾ ਪਾਸਪੋਰਟ ਦੀ ਕਾਪੀ, ਪਲੱਸ ਰਿਲੇਸ਼ਨਸ਼ਿਪ। ਜੇ PR ਦੇ ਨਾਲ ਰਿਲੇਸ਼ਨਸ਼ਿਪ ਦੀ ਵੀ ਉਹਨਾਂ ਨੇ ਮੰਗਿਆ ਵੀ ਆਪਣਾ ਇੰਡੀਅਨ ਪਾਸਪੋਰਟ ਦੀ ਫਰੰਟ ਐਂਡ ਬੈਕ ਉਹ ਵੀ ਨਾਲ ਲਾਣੀ ਹੈ। ਠੀਕ। ਤਾਂ 2 MB ਦੀ ਫਾਈਲ ਹੈ, ਇਹ ਤੁਸੀਂ ਪਹਿਲਾਂ ਹੀ ਬਣਾ ਕੇ ਰੱਖ ਲੈਣੀ ਹੈ। ਤਾਂ ਉਹਦੇ ਵਿੱਚ ਇਨ ਬਿਨ ਜੋ ਫੈਮਿਲੀ ਨੇਮ ਦਿੱਤਾ ਉੱਦਾਂ ਹੀ ਤੁਸੀਂ ਭਰਨਾ, ਖਾਨਾ ਦਿੱਤਾ ਤੇ ਉੱਦਾਂ ਹੀ ਐਗਜ਼ੈਕਟ ਸਪੈਲਿੰਗ ਤੁਸੀਂ ਭਰਨਾ ਹੈ। ਆਨਲਾਈਨ ਲਈ ਹੈ, ਆਨਲਾਈਨ ਲੈਣੀ ਹੈ, ਆਨਲਾਈਨ ਹੀ ਬਿਲਕੁਲ। ਤੇ ਉਹਦੇ ਬਾਅਦ ਇਹਦੇ ਵਿੱਚ ਐ ਆ ਕਿ ਜਿਹੜਾ ਪੇਰੈਂਟਸ ਦਾ ਵਾ ਉਹਨਾਂ ਦਾ ਵੀ ਪਾਸਪੋਰਟ ਦੇ ਉੱਪਰ ਜੋ ਨਾਮ ਲਿਖਿਆ ਉਹ ਹੀ ਭਰਨਾ ਤੇ ਡੇਟ ਆਫ ਬਰਥ ਦਾ ਵੀ ਖਿਆਲ ਰੱਖਣਾ। ਇਹ ਬਸ ਇਹਦੇ ਵਿੱਚ ਸਾਵਧਾਨੀ ਵਰਤਣੀ ਆ ਥੋੜੀ ਜੀ। ਤੇ ਉਹਦੇ ਵਿੱਚ ਤੁਸੀਂ ਕਲਿੱਕ ਕਰਨਾ ਕਿ ਮੈਂ ਸਪਾਂਸਰ ਕਰਨਾ ਚਾਹੁੰਦਾ ਤੇ ਆਪਦਾ ਪਾਸਪੋਰਟ ਜਿਹੜਾ ਵਾ ਉਹ ਨਾਲ ਨੱਥੀ ਕਰ ਦੇਣਾ, ਆਨਲਾਈਨ ਅਪਲੋਡ ਕਰ ਦੇਣਾ, ਤਾਂ ਆਨਲਾਈਨ ਹੀ ਸਬਮਿਟ ਹੋ ਜਾਣਾ। ਭਾਜੀ ਇਹ ਲਗਭਗ ਜਾਊ ਤਾਂ ਫਾਈਲ ਲੱਖਾਂ 'ਚ ਜਾਊ ਕਿ ਨਹੀਂ ਜੀ? ਜਾਊਗੀ ਜੀ। ਇਹ ਕਾਫੀ ਬਹੁਤ ਲੋਕ ਵੇਟ ਕਰ ਰਹੇ ਸੀ। ਮੈਨੂੰ ਲੱਗਦਾ ਜੀ ਅਬਾਊਟ ਕੱਲ ਆਪਣੀ 13 ਅਕਤੂਬਰ ਸੀ, ਖੁੱਲਿਆ ਹੀ ਕੰਮ ਕਰ ਕੱਲ ਹੀ ਮੇਰੇ ਹਿਸਾਬ ਨਾਲ ਜੀ 35 ਤੋਂ ਲੈ ਕੇ 40,000 ਜਿਹੜੇ ਐਕਸਪ੍ਰੈਸ਼ਨ ਆਫ ਇੰਟਰਸਟ ਚਲੇ ਗਏ ਹੋਣੇ ਆ ਜੀ। ਹਾਂਜੀ। ਸੋ ਗਵਰਨਮੈਂਟ ਨੇ ਇਸੇ ਲਈ ਇਹਨੂੰ ਕਿਹਾ ਜੀ ਕਿ ਅਗਲੇ ਸਾਲ ਅਸੀਂ 30,000 ਲਵਾਂਗੇ ਜੀ। ਸੋ ਐਤਕੀ ਇਹਨਾਂ ਨੇ 10,000 ਦਾ ਰੱਖਿਆ ਜੀ ਟੀਚਾ।
ਪਰ ਅਗਲੇ ਸਾਲ ਇਹਨਾਂ ਨੇ 30,000 ਕਿਹਾ ਜੀ ਕਿ 30,000 ਅਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਅੱਛਾ, ਕੋ ਮੈਨੂੰ ਹੋਏ ਦੱਸੋ, ਚਲੋ 10,000 ਦੇ ਪਤਾ ਨਹੀਂ ਲੋਟਰੀ ਕਿਹਦੀ ਨਿਕਲਣੀ ਆ, ਪਤਾ ਨਹੀਂ ਕਿਹਦੇ ਮੁਕੱਦਰਾਂ ਚ ਕਿ ਉਹਨਾਂ ਦੇ ਮਾਪੇ ਛੇਤੀ ਜਾਂ ਦਾਦਾ ਦਾਦੀ ਨਾਨਾ ਨਾਨੀ ਛੇਤੀ ਆਉਣ। ਹਾਂਜੀ। ਹੁਣ ਸਭ ਤੋਂ ਅਹਿਮ ਗੱਲ ਇਹਦੇ 'ਚ ਇਹ ਆ, ਜਿਸ ਤਰ੍ਹਾਂ ਮੈਂ ਪੁੱਛ ਰਿਹਾ ਸੀ ਕਿ ਡਾਕੂਮੈਂਟ ਤਾਂ ਤੁਸੀਂ ਦੱਸ ਦਿੱਤੇ ਕਿ ਬਹੁਤ ਧਿਆਨੀ ਬਹੁਤ ਸਾਵਧਾਨੀ ਵਰਤਣੀ ਹੈ, ਪਰ ਕਈ ਵਾਰ ਇਹ ਹੁੰਦਾ ਹੈ ਕਿ ਮੇਨ ਐਪਲੀਕੈਂਟ ਮੈਂ ਆਪਦੇ ਮਾਂ-ਬਾਪ ਨੂੰ ਸੱਦਣਾ ਚਾਹੁੰਦਾ, ਹਾਂਜੀ, ਪਰ ਮੇਰੀ ਇਨਕਮ ਘੱਟ ਹੈ। ਹਾਂਜੀ। ਅਸੀਂ 2 ਭਰਾ ਇੱਥੇ, 3 ਭਰਾ ਜਾਂ 4 ਭਰਾ ਜਾਂ ਮੇਰੀ ਕੋਈ ਭੈਣ ਇੱਥੇ ਰਹਿੰਦੀ ਹੈ, ਹਾਂਜੀ। ਐਪਲੀਕੈਂਟ ਕੌਣ ਬਣ ਸਕਦਾ ਤੇ ਉਹਦਾ ਕੋ-ਸਾਈਨਰ ਕੌਣ ਬਣ ਸਕਦਾ? ਇਹਦੇ ਵਿੱਚ ਜੀ ਦੇਖੋ, ਜਿਹੜਾ ਵੀ ਭਰਾ ਜਾਂ ਭੈਣ ਆਪਣੇ ਪੇਰੈਂਟਸ ਨੂੰ ਅਪਲਾਈ ਕਰਨਾ ਚਾਹੁੰਦੇ ਆ ਜੀ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਡਿਸਾਈਡ ਕਰ ਲੈਣਗੇ ਕਰਨਾ ਕਿਹਨੇ ਆ, ਮਤਲਬ ਕਿ ਜਿਹੜਾ ਬੰਦਾ ਇਨਕਮ ਕ੍ਰਾਈਟੇਰੀਆ ਪੂਰਾ ਕਰਦਾ ਜੀ। ਅੱਛਾ, ਇਹਦੇ ਵਿੱਚ ਕੋ-ਸਾਈਨਰ ਨਹੀਂ ਲੈ ਸਕਦੇ ਜੀ। ਕੋ-ਸਾਈਨਰ ਸਿਰਫ ਸਪਾਊਸ ਹੋ ਸਕਦਾ ਜੀ ਤੁਹਾਡਾ, ਘਰ ਵਾਲੀ ਜਾਂ ਘਰ ਵਾਲਾ, ਪਤੀ ਪਤਨੀ ਹੋ ਸਕਦੇ ਆ। ਪਤੀ ਪਤਨੀ ਹੋ ਸਕਦੇ ਆ, ਦੂਸਰਾ ਭੈਣ ਜਾਂ ਭਰਾ ਨਹੀਂ ਹੋ ਸਕਦੇ ਜੀ। ਸੋ ਜਿਹੜਾ ਭੈਣ ਜਾਂ ਭਰਾ ਜਿਸ ਦੀ ਇਨਕਮ ਕ੍ਰਾਈਟੇਰੀਆ ਪਿਛਲੇ 3 ਸਾਲਾਂ ਦਾ ਦੇਖਣਾ ਜੀ ਉਹਨਾਂ ਨੇ। ਜਿਹੜੀਆਂ ਹੋਣ ਵਾਲੀਆਂ ਐਪਲੀਕੇਸ਼ਨ ਲਈਆਂ ਜਾ ਰਹੀਆਂ ਜੀ, ਇਹਦੇ ਵਿੱਚ 20, 19 ਤੇ 2018 ਜੀ। ਸੋ ਇਹ 3 ਸਾਲਾਂ ਦੀ ਉਹਨਾਂ ਨੇ ਐਪਲੀਕੇਸ਼ਨ ਦੇਖਣੀ ਆ, ਇਨਕਮ ਦੇਖਣੀ ਆ। ਜੇ ਤੁਸੀਂ ਇਹਨਾਂ 3 ਸਾਲਾਂ ਦੀ ਇਨਕਮ ਕ੍ਰਾਈਟੇਰੀਆ ਮੀਟ ਕਰਦੇ ਹੋ ਅਕੋਰਡਿੰਗ ਟੂ ਇਮੀਗ੍ਰੇਸ਼ਨ ਡਿਪਾਰਟਮੈਂਟ, ਫੇਰ ਹੀ ਤੁਸੀਂ ਐਪਲੀਕੇਸ਼ਨ ਲਾ ਸਕਦੇ ਆ। ਐਤਕੀ ਜਿਹੜਾ 2020 ਦੀ ਇਨਕਮ ਹੈਗੀ ਹੈ ਜੀ, ਉਹਦੇ ਚ ਮੈਂ ਰਿਲੈਕਸੇਸ਼ਨ ਦਿੱਤੀ ਹੈ ਜੀ ਕੋਵਿਡ ਕਰਕੇ ਜੀ 30% ਦੀ, ਕਿ ਜੇਕਰ ਕੋਈ ਬੰਦਾ ਨਹੀਂ ਵੀ ਕੰਮ ਕਰ ਸਕਿਆ ਜਾਂ ਲੇ ਆਫ ਕੀਤਾ ਗਿਆ ਜੀ ਕੋਵਿਡ ਕਰਕੇ ਨਹੀਂ ਇਨਕਮ ਆਈ, ਤਾਂ 30% ਉਹਨਾਂ ਦੀ ਜਿਹੜੀ ਇਨਕਮ ਹੈਗੀ ਆ ਉਹ ਘੱਟ ਐਕਸੈਪਟ। ਇਹ ਵੈਸੇ ਚੰਗੀ ਗੱਲ ਹੈ ਸਰਕਾਰ ਦੀ, ਰਿਲੈਕਸੇਸ਼ਨ ਦਿੱਤੀ ਹੈ। ਅੱਛਾ, ਮੈਨੂੰ ਹੁਣ ਇਹ ਦੱਸੋ, ਆਮ ਤੌਰ ਤੇ ਕਈ ਵਾਰੀ ਹੁੰਦਾ ਸਾਡੇ ਮਾਂ-ਬਾਪ ਨੇ ਉੱਥੇ, ਹਾਂਜੀ, ਕਈ ਵਾਰੀ ਇੱਕ ਭੈਣ ਜਾਂ ਇੱਕ ਭਰਾ ਵੀ ਹੁੰਦਾ, ਹਾਂਜੀ, ਉਹਨਾਂ ਦੀ ਉਮਰ ਕਿੰਨੀ ਹੋਵੇ ਤੇ ਡਿਪੈਂਡੈਂਟ ਕਿਹਨੂੰ ਗਿਣਿਆ ਜਾਵੇ? ਗਿੱਲ ਸਾਹਿਬ ਤੁਸੀਂ ਡਿਪੈਂਡੈਂਟ ਦੇ ਵਿੱਚ ਐ ਜੀ ਡਿਪੈਂਡੈਂਟ ਦੀ ਜਿਹੜੀ ਡੈਫੀਨੇਸ਼ਨ ਆ ਚੇਂਜ ਕੀਤੀ ਗਈ ਆ। ਪਹਿਲੀ ਸਰਕਾਰ ਨੇ ਇਹਨੂੰ ਡਿਫਰੈਂਟ ਕਰਤਾ ਸੀ, 19 ਸਾਲ ਦਾ ਕਰਤਾ ਸੀ, ਬਟ ਬਾਅਦ ਚੋਂ ਇਹਨਾਂ ਨੇ ਹੁਣ 22 ਇਅਰਸ ਐਂਡ ਯੰਗਰ, 22 ਸਾਲ ਦਾ ਨਹੀਂ, ਉਹ ਤੋਂ ਘੱਟ, 22 ਸਾਲ ਤੋਂ ਘੱਟ ਵਾਲਾ ਜਿਹੜਾ ਬੱਚਾ ਵਾ ਉਹ ਡਿਪੈਂਡੈਂਟ। ਦ ਮੋਮੈਂਟ ਉਹ 22 ਸਾਲ ਦਾ ਹੋ ਜਾਂਦਾ ਜਾਂ 22 ਸਾਲ ਤੋਂ ਉੱਪਰ ਹੋ ਜਾਂਦਾ, ਤਾਂ ਉਹ ਸਬਸਟੈਂਸ਼ੀਅਲ ਜਿੱਦਾਂ ਫਾਈਨੈਂਸ਼ਲੀ ਡਿਪੈਂਡੈਂਟ ਹੋਣਾ ਚਾਹੀਦਾ, ਵੀ ਪੜ੍ਹਾਈ ਦਾ ਸਾਰਾ ਖਰਚਾ, ਪਲੱਸ ਉਹਦੇ ਕੋਲ ਰੀਜ਼ਨ ਜਿਹੜਾ ਵਾ ਫਾਈਨੈਂਸ਼ਲੀ ਡਿਪੈਂਡੈਂਟ ਦਾ ਹੋਣਾ ਚਾਹੀਦਾ ਕਿ ਉਹਨੂੰ ਕੋਈ ਫਿਜ਼ੀਕਲ ਜਾਂ ਮੈਂਟਲ ਕੰਡੀਸ਼ਨ ਆ। ਅੱਛਾ, ਇਹ ਨਹੀਂ ਹੈ ਵੀ ਮੰਨ ਲਓ ਤੰਦਰੁਸਤ ਆ, ਮੈਂ ਪੜ੍ਹ ਵੀ ਰਿਹਾ, ਜਿਵੇਂ ਅੱਗੇ ਹੁੰਦਾ ਸੀ ਕੰਟੀਨਿਊ ਪੜ੍ਹੀ, ਚਲੋ ਇੱਕ ਐਮਏ ਕਰ ਲਈ, ਦੂਜੀ ਐਮਏ ਕਰ ਲਈ, ਤੀਜੀ ਐਮਏ ਕਰ ਲਈ। ਹੁਣ ਨਹੀਂ ਜੀ, ਹੁਣ ਨਹੀਂ, ਇਹ ਮੇਨ ਡਿਫਰੈਂਸ ਹੈ। ਅੱਛਾ, ਹਾਂਜੀ। ਸੋ 22 ਸਾਲ ਤੋਂ ਉੱਪਰ ਵਾਲਾ ਜਿਹੜਾ ਬੱਚਾ ਵਾ ਉਹ ਆ ਸਕਦਾ ਤਾਂ ਹੀ ਜੇ ਉਹ ਫਾਈਨੈਂਸ਼ਲੀ ਡਿਪੈਂਡੈਂਟ ਆ ਡਿਊ ਟੂ ਫਿਜ਼ੀਕਲ ਔਰ ਮੈਂਟਲ ਕੰਡੀਸ਼ਨ। ਇੱਕ ਨਵੀਂ, ਇਹ ਵੈਸੇ ਇੱਕ ਨਵੀਂ ਚੀਜ਼ ਹੈ ਮੈਨੂੰ ਲੱਗਦਾ ਦਰਸ਼ਕਾਂ ਦੇ ਵਾਸਤੇ। ਕਿਤੇ ਇਹ ਨਾ ਸਮਝਿਓ ਕਿ ਬੱਚਾ ਆਪਾਂ ਪੜ੍ਹਦਾ ਰੱਖਣਾ, ਹੁਣ 22 ਦਾ ਹੋ ਗਿਆ, ਹੁਣ 23 ਦਾ ਹੋ ਗਿਆ, ਹੁਣ 24 ਦਾ ਹੋ ਗਿਆ, ਪਰ ਉਹ ਬਿਲਕੁਲ ਤੰਦਰੁਸਤ ਹੈ। ਜਿਹੜੀ ਆਹ ਕੰਡੀਸ਼ਨ ਦੀ ਗੱਲਬਾਤ ਕੀਤੀ ਹੈ, ਇਹਨੂੰ ਮੱਦੇਨਜ਼ਰ ਰੱਖਿਓ। ਅੱਛਾ, ਮੰਨ ਲਓ ਨੀਮ ਹਕੀਮ ਖਤਰਾ ਜਾਣ ਵਾਲੀ ਗੱਲ ਹੋ ਗਈ, ਕਿਸੇ ਨੇ ਸਿੱਧੂ ਸਾਹਿਬ ਦੱਸ ਦਿੱਤਾ ਵੀ ਕੋਈ ਗੱਲ ਨਹੀਂ, ਇਹ ਐਸੀ ਗੱਲ ਨਹੀਂ, ਇਹ ਬੱਚਾ ਪੜ੍ਹਦਾ ਤੁਹਾਡਾ ਭਾਵੇਂ ਠੀਕ ਵੀ ਹੈ, ਡਿਪੈਂਡੈਂਟ ਤਾਂ ਤੁਹਾਡੇ ਤੇ ਹੀ ਹੈ। ਜੇ ਮੰਨ ਲਓ ਉਸ ਤਰ੍ਹਾਂ ਦੀ ਕੋਈ ਫਾਈਲ ਲਾ ਦਿੰਦਾ ਬੰਦਾ, ਤਾਂ ਉਹਦੇ ਤੇ ਮਾਂ-ਬਾਪ ਦੀ ਫਾਈਲ ਤੇ ਵੀ ਕੋਈ ਅਸਰ ਪਏਗਾ ਜਾਂ ਉਹਨੂੰ ਕਹਿਣਗੇ ਵੀ ਨਹੀਂ ਇਹਨੂੰ ਬਾਹਰ ਕੱਢ ਦਿਓ, ਆਹ ਠੀਕ ਨੇ? ਨਹੀਂ ਜੀ, ਉਹਦੇ ਨਾਲ ਪੇਰੈਂਟਸ ਦੀ ਫਾਈਲ ਤੇ ਕੋਈ ਐਪਲੀਕੇਸ਼ਨ ਆ ਜਿਹੜੀ ਉਹਦੇ ਤੇ ਨਹੀਂ ਅਸਰ ਪਊਗਾ ਜੀ। ਉਹਨਾਂ ਨੇ ਜਿਹੜਾ ਡਿਪੈਂਡੈਂਟ ਚਾਈਲਡ ਦੀ ਡੈਫੀਨੇਸ਼ਨ ਆ ਉਹਨੂੰ ਮੀਟ ਕਰਨਾ ਜੀ। ਜਿਹੜੀ ਡਿਪੈਂਡੈਂਟ ਚਾਈਲਡ ਦੀ ਐਪਲੀਕੇਸ਼ਨ ਜਿਹੜੀ ਡੈਫੀਨੇਸ਼ਨ ਗਿੱਲ ਸਾਹਿਬ ਨੇ ਦੱਸੀ ਹੈ ਜੀ, ਜੇਕਰ ਬੱਚਾ ਉਸ ਡੈਫੀਨੇਸ਼ਨ ਨੂੰ ਮੀਟ ਨਹੀਂ ਕਰਦਾ ਜੀ, ਉਹ ਕ੍ਰਾਈਟੇਰੀਆ ਨੂੰ ਮੀਟ ਨਹੀਂ ਕਰਦਾ, ਤਾਂ ਉਹ ਐਪਲੀਕੇਸ਼ਨ ਚੋਂ ਬਾਹਰ ਹੋ ਜਾਊਗਾ, ਆਟੋਮੈਟਿਕ ਉਹਨੂੰ ਬਾਹਰ ਕਰ ਦੇਣਾ ਜੀ। ਐਂਡ ਬਕਾਇਦਾ ਇਮੀਗ੍ਰੇਸ਼ਨ ਆਫਿਸਰ ਨੂੰ ਤੁਹਾਨੂੰ ਲੈਟਰ ਵੀ ਪਾ ਸਕਦਾ ਹੈ ਕਿ ਜਿਹੜਾ ਇਹ ਚਾਈਲਡ ਆ ਤੁਹਾਡਾ ਇਹ ਕ੍ਰਾਈਟੇਰੀਆ ਮੀਟ ਨਹੀਂ ਕਰਦਾ, ਅਸੀਂ ਇਹਨੂੰ ਵਿੱਚ ਨਹੀਂ ਲੈ ਸਕਦੇ ਐਪਲੀਕੇਸ਼ਨ ਦੇ, ਪਰ ਪੇਰੈਂਟਸ ਦੀ ਐਪਲੀਕੇਸ਼ਨ ਉਹ ਕੰਟੀਨਿਊ ਰਹੂਗੀ। ਅੱਛਾ, ਮੇਰੇ ਇੱਕ ਹੋਰ ਦੱਸਿਓ ਗਿੱਲ ਸਾਹਿਬ ਜਾਂ ਸਿੱਧੂ ਸਾਹਿਬ, ਜਿਹੜਾ ਵੀ ਵਾਜਬ ਸਮਝੋ, ਆਮ ਤੌਰ ਤੇ ਕਈ ਵਾਰੀ ਅਸੀਂ ਫਾਈਲ ਲਾ ਦਿੱਤੀ ਹੈ, ਹਾਂਜੀ, ਅਸੀਂ ਮਾਂ-ਬਾਪ ਸੱਦਣੇ ਸੀ ਜਾਂ ਗ੍ਰੈਂਡ ਪੇਰੈਂਟਸ ਸੱਦਣੇ ਸੀ, ਫਾਈਲ ਉਹਦੀ ਲੱਗ ਚੁੱਕੀ ਹੈ, ਪਰ ਬਾਅਦ ਦੇ ਵਿੱਚ ਅਸੀਂ ਕੁਝ ਹੋਰ ਉਹਦੇ 'ਚ ਐਵੀਡੈਂਸ ਬਾਅਦ ਦੇ ਵਿੱਚ ਕੋਈ ਸਬੂਤ ਦੇ ਸਕਦੇ ਹਾਂ, ਜਾਂ ਜਿਹੜੇ ਇੱਕ ਵਾਰੀ ਭੇਜ ਦਿੱਤੇ ਗਏ ਇਮੀਗ੍ਰੇਸ਼ਨ ਆਫਿਸਰ ਨੂੰ ਉਹੀ ਹੁੰਦੇ ਆ ਜੀ? ਨਹੀਂ, ਇਹਦੇ ਵਿੱਚ ਐ ਹੁੰਦਾ ਜੀ, ਚੈੱਕਲਿਸਟ ਦੇ ਅਕੋਰਡਿੰਗਲੀ ਕੰਪਲੀਟ ਫਾਈਲ ਤੁਹਾਨੂੰ ਭੇਜਣੀ ਚਾਹੀਦੀ ਆ, ਜੋ ਉਹਨਾਂ ਨੇ ਪਹਿਲਾਂ ਸਬੂਤ ਭੇਜਣੀ ਚਾਹੀਦੀ, ਪਰ ਭੇਜ ਨਹੀਂ ਸਕਿਆ ਕੋਈ ਬੰਦਾ, ਮੇਰੇ ਵਰਗਾ ਅਣਜਾਣ ਬੰਦਾ ਸੀ। ਹਾਂਜੀ, ਉਹਦੇ ਵਿੱਚ ਕੋਵਿਡ ਕਰਕੇ ਥੋੜੀ ਰਿਲੈਕਸੇਸ਼ਨ ਹੋ ਸਕਦੀ ਆ, ਲੇਕਿਨ ਜਿੱਦਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਆ, ਉਹ ਪਹਿਲਾਂ ਕਹਿੰਦੇ ਆ ਵੀ ਨਾਲ ਲਾਓ, ਕਈ ਵਾਰੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਮਿਲਦੇ ਨਹੀਂ ਹੈ ਟਾਈਮ ਨਾਲ, ਤਾਂ ਉਹ ਆਪਾਂ ਬਾਅਦ ਵਿੱਚੋਂ ਵੀ ਲਾ ਸਕਦੇ ਹਾਂ। ਹੁਣ ਗਵਰਨਮੈਂਟ ਨੇ ਵੈਸੇ ਹੀ ਕਿਹਾ ਹੋਇਆ ਜੀ, ਅੱਛਾ ਜੀ, ਕਿ ਜੇ ਕੋਵਿਡ ਸਿਚੁਏਸ਼ਨ ਕਰਕੇ ਤੁਹਾਡਾ ਮੈਡੀਕਲ ਨਹੀਂ ਹੋ ਰਿਹਾ ਜੀ, ਜਾਂ ਤੁਹਾਡੇ ਫਿੰਗਰਪ੍ਰਿੰਟਸ ਨਹੀਂ ਹੋ ਰਹੇ, ਜਾਂ ਤੁਹਾਡਾ ਪੁਲਿਸ ਕਲੀਅਰੈਂਸ ਨਹੀਂ ਮਿਲ ਰਿਹਾ ਜੀ, ਤੁਸੀਂ ਬਿਨਾਂ ਉਹਨਾਂ ਡਾਕੂਮੈਂਟਸ, ਤੁਹਾਡੇ ਸਪੋਰਟਿੰਗ ਡਾਕੂਮੈਂਟਸ ਐਪਲੀਕੇਸ਼ਨ ਭੇਜ ਸਕਦੇ ਆ, ਅਸੀਂ ਤੁਹਾਡੇ ਤੋਂ ਬਾਅਦ ਚ ਲੈ ਸਕਦੇ ਆ, ਪਰ ਉਹਦੀ ਕਲੈਰੀਫਿਕੇਸ਼ਨ ਨਾਲ ਲਾਉਣੀ ਜ਼ਰੂਰੀ ਹੈ ਜੀ। ਕਿਉਂ ਨਹੀਂ, ਕਿ ਕਿਉਂ ਇਹ ਡਿਲੇ ਹੋ ਰਿਹਾ ਜੀ, ਨਾਲੇ ਪ੍ਰੂਫ ਦੇਣਾ ਪੈਣਾ ਕਿ ਤੁਸੀਂ ਅਪਲਾਈ ਕੀਤਾ
ਅੱਛਾ ਐ ਨਹੀਂ ਮੈਂ ਉਦਾਂ ਹੀ ਕਹਿਤਾ ਵੀ ਉਹਦਾ ਮੈਡੀਕਲ evidence ਨਾਲ ਹੋਣਾ ਚਾਹੀਦਾ। ਐਵੀਡੈਂਸ ਹੋਣਾ ਚਾਹੀਦਾ ਨਾ। ਸਾਡੇ ਕੋਲ ਰਸੀਟ ਹੋਣੀ ਚਾਹੀਦੀ ਹੈ ਕਿ ਮੈਂ ਲਾਇਆ ਹੋਇਆ ਜੀ। ਅੱਛਾ ਸਿੱਧੂ ਸਾਹਿਬ ਇੱਕ ਹੋਰ ਦੱਸੋ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕੋਈ ਸਬੂਤ ਅਸੀਂ ਨੱਥੀ ਕਰ ਦਿੱਤਾ, ਬਾਅਦ ਦੇ ਵਿੱਚ ਜਦੋਂ ਸਾਡੇ ਕੋਲੇ ਉਹ ਸਬੂਤ ਆ ਗਿਆ ਤੇ ਅਸੀਂ ਬਾਅਦ ਚ ਸਬਮਿਟ ਕਰ ਸਕਦੇ ਹਾਂ। ਹੁਣ ਇੱਥੇ ਬੰਦਾ ਰਹਿੰਦਾ, ਹਾਂਜੀ ਉਹਦੇ 2 ਬੱਚੇ ਆ, ਹਸਬੰਡ ਵਾਈਫ, ਚਾਰ ਜਾਣਿਆਂ ਦੀ ਇੱਕ ਫੈਮਿਲੀ ਯੂਨਿਟ ਹੈ। ਹਾਂਜੀ ਉੱਥੋਂ ਨੇ ਸਿਰਫ ਆਪਣੇ ਮਾਪੇ ਨੂੰ ਸੱਦਣਾ ਤੇ ਜਾਂ ਇੱਕ ਭੈਣ ਜਾਂ ਭਰਾ ਨਾਲ ਹੈ। ਹਾਂਜੀ ਕਿੰਨੀ ਕਿ ਇਨਕਮ ਜੇ ਆਪਾਂ ਅਪਰੋਕਸੀਮੇਟਲੀ ਦੱਸਣੀ ਹੋਵੇ ਕਿੰਨੀ ਕੁ ਹੈ ਜੀ? ਦੇਖੋ ਜੀ, ਜੇਕਰ 4 ਫੈਮਿਲੀ ਮੈਂਬਰ ਦਾ ਯੂਨਿਟ ਇੱਥੇ ਆ, ਮੰਨ ਲਓ ਹਸਬੈਂਡ ਵਾਈਫ ਹੈ ਜੀ, ਨਾਲ 2 ਬੱਚੇ ਹੈ ਜੀ ਜੀ ਪਰ ਉਹਨਾਂ ਨੇ 3 ਜਣਿਆਂ ਨੂੰ ਪਿੱਛੋਂ ਸਪਾਂਸਰ ਕਰਨਾ ਹੈ ਜੀ ਜੀ ਤਾਂ ਐਟ ਲੀਸਟ 85,000 ਤੋਂ 90,000 ਦੇ ਵਿੱਚ ਜਿਹੜੀ ਉਹ ਇਨਕਮ ਚਾਹੀਦੀ, ਦੋਨਾਂ ਦੀ ਮਿਲਾ ਕੇ। ਦੋਨਾਂ ਦੀ ਮਿਲਾ ਕੇ, ਫੈਮਿਲੀ ਇਨਕਮ ਦੀ, ਇਹ ਸਪਾਊਸ ਦੋਨਾਂ ਦੀ ਜੀ। ਸੋ ਜਿਹੜੀ ਇਹ ਉਹਨਾਂ ਨੇ ਅੱਗੇ ਜਿਹੜਾ ਹੈਗਾ ਜੀ, ਜੇ ਇਸ ਤੋਂ ਵੱਡਾ ਫੈਮਿਲੀ ਯੂਨਿਟ ਹੈਗਾ ਜੀ ਤਾਂ ਉਹਨਾਂ ਨੇ ਕਿਹਾ $7,000 ਵਿੱਚ ਹੋਰ ਐਡ ਪਰ ਪਰਸਨ ਐਡ ਹੋਈ ਜਾਣਾ ਜੀ ਉਹ। ਅੱਛਾ ਹਾਂਜੀ। ਸੋ ਇੱਕ ਜਿਹੜਾ ਇਹ ਪ੍ਰੋਗਰਾਮ ਡਿਜ਼ਾਈਨ ਕੀਤਾ ਸੀਗਾ ਜੀ, ਇਹ ਜਿਹੜੀ ਕੰਜ਼ਰਵੇਟਿਵ ਗਵਰਨਮੈਂਟ ਮਿਸਟਰ ਜੇਸਨ ਕੈਨੀ ਆਪਣੇ ਇਮੀਗ੍ਰੇਸ਼ਨ ਮਿਨਿਸਟਰ ਰਹੇ ਆ ਜੀ, ਇਹ ਉਹਨਾਂ ਦਾ ਲਿਆਂਦਾ ਹੋਇਆ ਪ੍ਰੋਗਰਾਮ ਹੈ ਜੀ। ਐਂਡ ਇਹਦਾ ਕਾਫੀ ਉਦੋਂ ਕ੍ਰਿਟਿਸਿਜ਼ਮ ਵੀ ਹੋਇਆ ਸੀਗਾ ਜੀ ਕਿ ਇਹਦੇ ਵਿੱਚ ਕੁਝ ਹੱਦ ਤੱਕ ਡਿਸਕ੍ਰਿਮੀਨੇਸ਼ਨ ਉਹਨਾਂ ਕੈਨੇਡੀਅਨਸ ਨਾਲ ਹੈਗਾ ਜੀ ਜਿਨ੍ਹਾਂ ਦੀ ਇਨਕਮ ਕ੍ਰਾਈਟੇਰੀਆ ਵਿਚਾਰੇ ਨਹੀਂ ਮੀਟ ਕਰ ਪਾਉਂਦੇ। ਪਰ ਮਾਂ-ਬਾਪ ਤਾਂ ਉਹ ਵੀ ਸੱਦਣਾ ਚਾਹੁੰਦੇ ਆ। ਮਾਂ ਪਿਓ ਉਹਨਾਂ ਦੇ ਵੀ ਹੈਗੇ ਨੇ ਜੀ, ਉਹਨਾਂ ਦਾ ਵੀ ਦਿਲ ਕਰਦਾ ਕਿ ਸਾਡੇ ਮਾਂ ਪਿਓ ਸਾਡੇ ਨਾਲ ਰਹਿਣ, ਪਰ ਕਾਰਨ ਕਿ ਉਹਨਾਂ ਦੀ ਇਨਕਮ ਨਹੀਂ ਹੈਗੀ, ਦੈਟ ਮੀਨਸ ਕਿ ਉਹ ਵਾਂਝੇ ਰਹਿਣਗੇ ਜੀ। ਸੋ ਇੱਕ ਤਰ੍ਹਾਂ ਦਾ ਇਹ ਡਿਸਕ੍ਰਿਮੀਨੇਟਰੀ ਪ੍ਰੋਗਰਾਮ ਬਣ ਗਿਆ ਸੀਗਾ ਜੀ ਉਸ ਟਾਈਮ ਤੇ, ਐਂਡ ਇਹਦੀ ਕਾਫੀ ਉਦੋਂ ਆਲੋਚਨਾ ਵੀ ਹੋਈ ਸੀ ਪਰ ਗਵਰਨਮੈਂਟ ਇਹਨੂੰ ਜਾਰੀ ਰੱਖ ਰਹੀ ਹੈ ਜੀ। ਆਈ ਡੋਨਟ ਨੋ ਕਿ ਇਹਨਾਂ ਨੇ ਗਾਂ ਇਹਨਾਂ ਦਾ ਕੀ ਪਲਾਨ ਹੈਗਾ ਹੈ, ਪਰ ਜਿਹੜਾ ਇਹ ਪ੍ਰੋਗਰਾਮ ਹੈ ਜੀ ਇਹਦਾ ਕਾਫੀ ਆਲੋਚਨਾ ਹੁੰਦੀ ਰਹਿੰਦੀ ਹੈ ਜੀ ਹਮੇਸ਼ਾ। ਅੱਛਾ ਕੋਈ ਪ੍ਰੋਸੈਸਿੰਗ ਪੀਰੀਅਡ ਵੀ ਹੋਣਾ ਗੱਲ ਸਾਹਿਬ ਇਹਦਾ? ਹਾਂਜੀ ਅਰਾਊਂਡ 24 ਕੁ ਮਹੀਨੇ ਮੈਕਸਿਮਮ ਹੈਗਾ ਜੀ। 2 ਸਾਲ? ਹਾਂਜੀ ਹਾਂਜੀ। ਅੱਛਾ ਇਹ ਪਹਿਲਾਂ ਵੀ ਇੰਨਾ ਕਿ ਹੁੰਦਾ ਸੀ ਜਾਂ ਵਧਿਆ ਹੋਇਆ ਜੀ? ਇੰਨਾ ਕੀ ਸੀਗਾ ਜੀ ਪਹਿਲਾਂ ਵੀ? ਪਹਿਲਾਂ ਨਹੀਂ, ਪਹਿਲਾਂ ਜਿਹੜਾ ਪਿਛਲਾ ਪ੍ਰੋਗਰਾਮ ਸੀ ਉਹਦੇ 'ਚ ਬੈਕਲੌਗ ਵੱਧ ਗਿਆ ਸੀਗਾ ਜੀ, ਤਾਂ ਹੀ ਜਿਹੜਾ ਜੇਸਨ ਕੈਨੀ ਨੇ ਜਿਹੜਾ ਇਹ ਪ੍ਰੋਗਰਾਮ ਚੇਂਜ ਕੀਤਾ ਸੀਗਾ ਉਹਦਾ ਇਹੀ ਰੀਜ਼ਨ ਸੀਗਾ ਜੀ। ਉਹਨੇ ਕਿਹਾ ਸੀਗਾ, ਉਹਨੇ ਰੀਜ਼ਨ ਇਹਨੂੰ ਇਹੀ ਬਣਾਇਆ ਸੀ ਕਿ ਬੈਕਲੌਗ ਵੱਧ ਗਿਆ, 4-4 5-5 ਸਾਲ ਐਪਲੀਕੇਸ਼ਨ ਤੇ ਲੱਗਣ ਲੱਗ ਗਏ ਸੀਗੇ। ਐਂਡ ਉਹਨਾਂ ਨੇ ਇੱਕ ਐਪਲੀਕੇਸ਼ਨ ਇਨਟੇਕ ਘਟਾਉਣ ਦੇ ਲਈ ਇਹਨੂੰ ਪਹਿਲਾਂ ਤਾਂ ਪ੍ਰੋਗਰਾਮ ਨੂੰ ਪੌਜ਼ ਰੱਖਿਆ ਜੀ, 2 ਸਾਲ ਐਪਲੀਕੇਸ਼ਨ ਲਈਆਂ। ਜਦੋਂ ਉਹਨਾਂ ਨੇ ਐਪਲੀਕੇਸ਼ਨ ਲੈਣੀਆਂ ਸ਼ੁਰੂ ਕੀਤੀਆਂ ਜੀ, ਉਦੋਂ ਫਿਰ ਉਹਨੇ ਇਸ ਕ੍ਰਾਈਟੇਰੀਆ ਨੂੰ ਵਰਤਿਆ ਜੀ ਕਿ ਘੱਟ ਐਪਲੀਕੇਸ਼ਨ ਜਾਣ ਤੇ ਘੱਟ ਲੋਕ ਐਲੀਜੀਬਲ ਹੋ ਪਾਉਣ। ਸੋ ਉਦੋਂ ਬਾਅਦ ਜਿਹੜਾ ਹੈਗਾ ਜੀ ਇਹਦਾ ਬੈਕਲੌਗ ਘਟਣਾ ਸ਼ੁਰੂ ਹੋ ਗਿਆ। ਹੁਣ ਮੈਨੂੰ ਲੱਗਦਾ ਜੀ ਕਿ 18 ਤੋਂ 24 ਕੁ ਮਹੀਨੇ ਦਾ ਜਿਹੜਾ ਹੁਣ ਰਹਿਣਾ ਜੀ ਇਹਦਾ। ਅੱਛਾ ਇੱਕ ਹੋਰ ਦੱਸਿਓ, ਹੁਣ ਕੋਈ ਵੀ ਬੰਦਾ ਮੇਰੇ ਖਿਆਲ ਦੇ ਵਿੱਚ ਇਹ ਉਹਨਾਂ ਲੋਕਾਂ ਵਾਸਤੇ ਬਹੁਤ ਮਹੱਤਵਪੂਰਨ ਸਵਾਲ ਹੋਵੇਗਾ ਤੇ ਤੁਹਾਡਾ ਜਵਾਬ ਵੀ। ਬਹੁਤ ਲੋਕ ਨੇ ਉਹ ਵਿਜ਼ਟਰ ਵੀਜ਼ਾ ਲੈ ਕੇ ਕਿਸੇ ਦੇ ਮਾਪੇ ਇੱਥੇ ਆਏ ਹੋਏ ਨੇ, ਹਾਂਜੀ, ਜਾਂ ਉਹ ਸੁਪਰ ਵੀਜ਼ੇ ਤੇ ਆਏ ਹੋਏ ਨੇ, ਹਾਂਜੀ, ਕਿ ਉਹ ਵੀ ਉਹਨਾਂ ਦੀ ਐਪਲੀਕੇਸ਼ਨ ਵਿਦਨ ਕੈਨੇਡਾ ਲਾ ਸਕਦੇ ਆ ਜਾਂ ਸਿਰਫ ਆਊਟਸਾਈਡ ਕੈਨੇਡਾ ਜਿਹੜੇ ਮਾਪੇ ਉਹੀ ਸੱਦੇ ਜਾ ਸਕਦੇ? ਨਹੀਂ ਜੀ, ਜਿਹੜੇ ਵੀ ਇੱਥੇ ਵੀ ਆਏ ਹੋਏ ਆ ਪਰ ਉਹ ਜੇਕਰ ਇਨਕਮ ਕ੍ਰਾਈਟੇਰੀਆ ਮੀਟ ਕਰਦੇ ਆ ਤਾਂ ਉਹ ਅੰਦਰੋਂ ਹੀ ਐਪਲੀਕੇਸ਼ਨ ਆਪਣੀ ਪਾ ਸਕਦੇ ਆ। ਅੱਛਾ, ਹਾਂਜੀ, ਅਸੀਂ ਬਹੁਤ ਸਾਰੀਆਂ ਐਪਲੀਕੇਸ਼ਨਸ ਐਵੇਂ ਦੀਆਂ ਕੀਤੀਆਂ ਜੀ ਪਿਛਲੇ ਸਾਲਾਂ ਦੇ ਦੌਰਾਨ, ਜਿਹੜੇ ਸੁਪਰ ਵੀਜ਼ਾ ਤੇ ਪੇਰੈਂਟਸ ਆਏ ਹੋਏ ਸੀ ਪਰ ਉਹ ਕ੍ਰਾਈਟੇਰੀਆ ਮੀਟ ਕਰਦੇ ਸੀ, 3 ਸਾਲ ਦੀ ਪਿਛਲੀ ਇਨਕਮ ਮੀਟ ਕਰਦੇ ਸੀਗੇ ਐਂਡ ਉਹ ਐਲੀਜੀਬਲ ਸੀਗੇ, PR ਸੀਗੇ ਜੀ ਉਸ ਟਾਈਮ ਤੇ, ਉਹਨਾਂ ਦੇ ਜਿਹੜੇ ਬੱਚੇ ਸੀ ਜਿਨ੍ਹਾਂ ਨੇ ਅਪਲਾਈ ਕਰਨਾ ਸੀ, ਤਾਂ ਉਹ ਐਪਲੀਕੇਸ਼ਨ ਐਕਸੈਪਟ ਹੋਈਆਂ ਜੀ। ਉਹਨਾਂ ਦੀ ਪ੍ਰੋਸੈਸਿੰਗ 'ਚ ਕੋਈ ਫਰਕ ਹੈ ਜਾਂ ਟਾਈਮਿੰਗ ਹੋਣੀ ਹੈ ਜੀ? ਸਿਮਿਲਰ ਹੀ ਹੈ। ਸਿਮਿਲਰ ਹੈ ਜੀ, ਟਾਈਮਿੰਗ ਸਿਮਿਲਰ ਹੈ ਜੀ ਉਹਨਾਂ। ਇਹਦੇ ਵਿੱਚ ਇਨਕਮ ਦੇ ਵਿੱਚ ਮੈਂ ਇੱਕ ਹੋਰ ਐਡ ਕਰਨਾ ਚਾਹੂੰਗਾ ਕਿ ਇੱਕ ਆਮ ਤੌਰ ਤੇ ਸਵਾਲ ਆਉਂਦਾ ਵੀ ਮੈਂ ਤਾਂ EI ਲਈ ਸੀ ਮੈਟਰਨਿਟੀ ਦੀ, ਮੈਂ EI ਪੈਟਰਨਿਟੀ ਦੀ ਲਈ ਸੀ ਹੈਨਾ, ਜਾਂ ਮੈਂ EMPLOYMENT ਇੰਸ਼ੋਰੈਂਸ ਜਿਹੜੀ ਆ ਵੀ ਸਿਕਨੈਸ ਦੀ ਲਈ ਸੀਗੀ ਹੈਨਾ। ਤਾਂ ਇਹ ਕਲੈਰਿਟੀ ਹੈ ਕਿ ਇਹ ਜਿਹੜੀਆਂ 3 ਚੀਜ਼ਾਂ ਵਾ ਉਹ ਇਨਕਮ ਦੇ ਵਿੱਚ ਕਾਊਂਟ ਹੁੰਦੀਆਂ ਨੇ ਜੀ। ਹਾਂਜੀ, ਤਾਂ ਜਿਹੜੀ ਦੂਜੀ ਕੋਈ ਤੁਸੀਂ ਹੋਰ ਤਰੀਕੇ ਨਾਲ EI ਮੰਨ ਲਓ ਸਰਬ ਲਈ ਹੈ ਕਿਸੇ ਨੇ ਐਤਕੀ, ਹਾਂਜੀ, ਉਹ ਹੋਊਗੀ ਜੀ, ਇਨਕਮ ਹੈ ਜੀ, ਉਹ ਇਨਕਮ ਹੈ, ਉਹ ਇਨਕਮ ਹੈ ਜੀ, ਇਨਕਮ 'ਚ ਕਾਊਂਟ ਹੋਣਾ ਜੀ। ਜੇ ਹੋਦਾ EI ਕੋਈ ਲਈ ਹੈ ਇਹਨਾਂ ਚੀਜ਼ਾਂ ਤੋਂ ਇਲਾਵਾ ਫਿਰ ਨਹੀਂ ਆਉਂਦਾ। ਦੇਖੋ ਇਹ ਬੜੀ ਹੈਰਾਨੀ ਦੀ ਗੱਲ ਹੈ, ਵੈਸੇ ਉਹ ਇਨਕਮ 'ਚ ਉਹ ਟੈਕਸ ਸਾਨੂੰ ਦੇਣਾ ਪੈਣਾ, ਹਾਂਜੀ, ਪਰ ਜਦੋਂ ਇੱਥੇ ਸਾਨੂੰ ਉਹਦੀ ਜ਼ਰੂਰਤ ਪੈ ਗਈ ਫਿਰ ਇਨਕਮ 'ਚ ਨਹੀਂ। ਵੈਸੇ ਬਾਰੇ ਜਾਈਏ ਕਈ ਵਾਰੀ ਸਰਕਾਰਾਂ ਦੀ। ਅੱਛਾ ਹੁਣ ਮੈਨੂੰ ਇਹ ਦੱਸੋ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਬਹੁਤ ਲੰਬੇ ਚਿਰ ਤੋਂ ਲੋਕ ਉਡੀਕ ਰਹੇ ਸੀ, ਚਿਰੋਕਣੀ ਉਡੀਕ ਤੋਂ ਬਾਅਦ ਇਹ ਖੋਲ੍ਹਿਆ ਗਿਆ ਪ੍ਰੋਗਰਾਮ ਹੈ। ਪਹਿਲਾਂ ਤਾਂ ਇਹ ਕਹਿੰਦੇ ਸੀ ਜਿਹੜਾ ਪੁਰਾਣਾ ਪ੍ਰੋਗਰਾਮ ਉਹ 'ਚ ਥੋੜ੍ਹੀ ਬਹੁਤੀ ਰੱਦੋ ਬਦਲ ਕਰਾਂਗੇ, ਪਿਛਲੇ ਪ੍ਰੋਗਰਾਮ ਲੋਕਾਂ ਨੂੰ ਰਾਸ ਨਹੀਂ ਆਇਆ, ਜਿਹੜਾ ਪਿਛਲੇ ਸਾਲ 3-4 ਮਿੰਟ ਵਾਲਾ ਪ੍ਰੋਗਰਾਮ ਸੀ ਉਹਦੇ 'ਚ ਕੁਝ ਚੇਂਜ ਹੋਈ ਆ ਜਾਂ ਹੈ ਹੂਬਹੂ ਬਸ ਸਿਰਫ ਆ ਪਿਕ ਕਰਨ ਦਾ ਤਰੀਕਾ ਚੇਂਜ ਹੋਇਆ? ਸਿਰਫ ਇਹਨਾਂ ਨੇ ਟਾਈਮਿੰਗ ਚੇਂਜ ਕਰਤੀ ਹੈ ਜੀ। ਜਿਹੜਾ ਪਿਛਲੀ ਵਾਰੀ ਕੀ ਹੋਇਆ ਸੀਗਾ ਕਿ 30 ਤੋਂ ਜ਼ਿਆਦਾ ਜਿਹੜੇ ਐਪਲੀਕੈਂਟ ਸੀਗੇ ਉਹਨਾਂ ਨੇ ਗਵਰਨਮੈਂਟ ਨੂੰ ਕਲਾਸ ਐਕਸ਼ਨ ਲਾ ਸੂਟ ਦੇ ਵਿੱਚ ਲੈ ਲਿਆ ਸੀਗਾ ਜੀ। ਅੱਛਾ ਜੀ, ਕੋਰਟ 'ਚ ਚਲੇ ਗਏ ਸੀ ਉਹ। ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਵੇਟ ਕਰਦੇ ਸੀਗੇ ਐਂਡ ਜਿਹੜੀ ਜੋ ਐਪਲੀਕੇਸ਼ਨਾਂ ਖੁੱਲੀਆਂ ਤੇ ਅਸੀਂ ਤਾਂ ਹਜੇ ਕੰਪਿਊਟਰ ਹੀ ਆਪਣਾ ਔਨ ਕਰਦੇ ਸੀਗੇ ਕਿ 4 ਤੋਂ 5 ਮਿੰਟਾਂ ਦੇ ਵਿੱਚ ਉਹ ਐਪਲੀਕੇਸ਼ਨਾਂ ਲਈਆਂ ਗਈਆਂ ਜੀ। ਫਿਰ ਗਵਰਨਮੈਂਟ ਆਫ ਕੈਨੇਡਾ ਨੇ ਜੀ ਉਹਨਾਂ ਨਾਲ ਆਊਟ ਆਫ ਦਾ ਕੋਰਟ ਜਿਹੜੀ ਉਹ ਸੈਟਲਮੈਂਟ ਕੀਤੀ
ਕਿ ਤੁਹਾਡੀਆਂ ਅਸੀਂ ਐਪਲੀਕੇਸ਼ਨ ਐਕਸੈਪਟ ਕਰਦੇ ਹਾਂ, ਤੁਸੀਂ ਇਹਨੂੰ ਕੇਸ ਨੂੰ ਵਾਪਸ ਲਓ ਜੀ। ਸੋ ਜਿਹੜੇ ਉਵੇਂ ਦੇ ਲਾ ਸੂਟਸ ਹੈਗੇ ਉਹਨਾਂ ਤੋਂ ਬਚਣ ਦੇ ਲਈ ਜੀ ਇਹਨਾਂ ਨੇ ਸਿਰਫ ਤੇ ਸਿਰਫ ਐਤਕੀ ਟਾਈਮਿੰਗ ਚੇਂਜ ਕਰਤੀ ਹੈ ਜੀ ਕਿ ਲੰਬੇ ਸਮੇਂ ਲਈ ਐਪਲੀਕੇਸ਼ਨ ਇਨਟੇਕ ਲਈਆਂ ਜਾਣਗੀਆਂ ਜੀ। ਜਿਵੇਂ ਪਿਛਲੀ ਵਾਰੀ 5 ਮਿੰਟ ਸੀਗੇ ਜੀ, ਐਤਕੀ ਤੁਸੀਂ ਲਾ ਲਓ ਜੀ ਕਿ 3 ਹਫ਼ਤੇ। ਹਾਂਜੀ 2 ਤੋਂ 3 ਹਫ਼ਤੇ ਇਹਨਾਂ ਨੇ ਲੈਣੇ ਆ ਜੀ। 3 ਨਵੰਬਰ ਤੱਕ ਚੱਲਣਾ ਜੀ ਇਹ ਐਪਲੀਕੇਸ਼ਨ ਲੈਣ ਦਾ ਜਿਹੜਾ ਪ੍ਰੋਸੀਜਰ ਹੈ ਜੀ। ਸੋ ਸਿਰਫ ਆਹੀ ਚੇਂਜ ਆ ਜੀ, ਹੋਰ ਇਹ ਚ ਕੋਈ ਚੇਂਜ ਨਹੀਂ। ਤੇ ਬਾਕੀ ਜਿਹੜਾ ਕੋਵਿਡ ਕਰਕੇ ਰਿਲੈਕਸੇਸ਼ਨ ਆ ਜੀ 30% ਉਹ ਵੀ 1 ਸਾਲ ਦੀ ਚੀਜ਼ ਹੈ ਜੀ। ਉਹ ਵੀ ਇਸੇ ਸਾਲ ਦੀ ਹੋਈ ਹੈ ਇਸੇ ਸਾਲ ਦਾ। ਜੇਕਰ ਕੋਵਿਡ 2021 ਤੇ ਚਲਾ ਜਾਂਦਾ ਜੀ ਤਾਂ ਜਿਹੜੀ ਉਹ ਬੈਕ ਟੂ ਫੇਰ ਨਾਰਮਲ ਆ ਜਾਂਦੀ ਹੈ ਲਾਈਫ, ਤਾਂ ਉਹ ਇਨਕਮ ਫੇਰ ਉਸੇ ਪੱਧਰ ਤੇ ਚਲੀ ਜਾਣੀ ਹੈ ਜੀ। ਅੱਛਾ ਸਿੱਧੂ ਸਾਹਿਬ, ਇੱਕ ਬਹੁਤ ਮਹੱਤਵਪੂਰਨ ਸਵਾਲ ਇਹ ਹੈ, ਹਾਂਜੀ ਮੰਨ ਲਓ ਕੋਈ ਇੱਥੇ ਸਟੂਡੈਂਟ ਹੈ ਹਾਂਜੀ ਜਾਂ ਇੱਥੇ ਵਰਕ ਪਰਮਿਟ ਹੋਲਡਰ ਸੀ, ਹਾਂਜੀ ਉਹਨੂੰ ਆਏ ਨੂੰ ਤਾਂ ਇੱਥੇ 5 ਸਾਲ ਹੋ ਗਏ, ਆਏ ਨੂੰ ਤਾਂ ਉਹਨੂੰ 7 ਸਾਲ ਹੋ ਗਏ, ਉਹ ਡਾਲਰ ਵੀ ਕਮਾ ਰਿਹਾ, ਹਾਂਜੀ ਪਰ ਉਹ ਪੀਆਰ ਹਲੇ ਸਾਲ ਦਾ ਹੀ ਹੋਇਆ ਹੋਇਆ। ਹਾਂਜੀ ਕੀ ਉਹ ਆਪਣੇ ਮਾਪਿਆਂ ਦਾ ਅਪਲਾਈ ਕਰ ਸਕਦਾ ਕਿਉਂਕਿ ਇਨਕਮ ਉਹਦੇ ਕੋਲ ਪਿਛਲੇ 3-4 ਸਾਲ ਦੀ ਵੀ ਹੈਗੀ ਹੈ? ਬਹੁਤ ਵਧੀਆ ਕੁਐਸਚਨ ਹੈ ਜੀ। ਉਹ ਕਰ ਸਕਦਾ ਜੀ। ਉਹ ਉਹਨਾਂ ਨੇ ਇਨਕਮ ਦੇਖਣੀ ਹੈ ਜੀ ਪਿਛਲੇ 3 ਸਾਲਾਂ ਦੀ। ਪਿਛਲੇ 3 ਸਾਲਾਂ ਦੀ ਐਂਡ ਉਸ ਪੀਰੀਅਡ ਤੇ ਉਹਨਾਂ ਨੇ ਇਹ ਦੇਖਣਾ ਕਿ ਇਹ ਲੀਗਲ ਸਟੇਟਸ ਤੇ ਸੀਗਾ ਜੀ। ਉਹਦਾ ਸਟੇਟਸ ਲੀਗਲ ਹੋਣਾ ਚਾਹੀਦਾ, ਚਾਹੇ ਉਹ ਓਪਨ ਵਰਕ ਪਰਮਿਟ ਤੇ ਸੀਗਾ, ਚਾਹੇ ਉਹ ਬੌਂਡਡ ਵਰਕ ਪਰਮਿਟ ਤੇ ਸੀਗਾ। ਪਰ ਜੇਕਰ ਉਹ ਲੀਗਲ ਸਟੇਟਸ ਤੇ ਸੀਗਾ ਤਾਂ ਉਹ ਜਿਹੜੀ ਇਨਕਮ ਆ ਉਹ ਕਾਊਂਟ ਹੋਊਗੀ। ਪੀਆਰ ਹੋਣਾ ਚਾਹੀਦਾ ਐਟ ਦਾ ਟਾਈਮ ਆਫ ਜਦੋਂ ਉਹਨੇ ਐਪਲੀਕੇਸ਼ਨ ਸਬਮਿਟ ਕਰਨੀ ਆ ਉਸ ਵਕਤ ਪੀਆਰ ਹੋਵੇ, ਪਹਿਲਾਂ ਜਿੱਦਾਂ ਮਰਜ਼ੀ ਹੋਵੇ। ਅੱਛਾ, ਪਰ ਇਹ ਹੈ ਸਿਰਫ ਪੀਆਰ ਤੇ ਸਿਟੀਜ਼ਨਸ਼ਿਪ ਵਾਸਤੇ? ਕਿਉਂਕਿ ਮੈਂ ਪਿਛਲੇ ਦਿਨੀ ਇੱਕ ਗੱਲਬਾਤ ਕਰ ਰਿਹਾ ਸੀ ਖਬਰ ਦੇ ਰੂਪ ਵਿੱਚ, ਮੈਨੂੰ ਢੇਰਾਂ ਸਵਾਲ ਇਹ ਆਏ ਕਿ ਜੀ ਸਾਡਾ ਬੱਚਾ ਜਾਂ ਬੱਚੀ ਇੱਥੇ ਰਹਿੰਦੀ ਹੈ ਪਰ ਹਲੇ ਵਰਕ ਪਰਮਿਟ ਤੇ ਆ ਜਾਂ ਸਟੂਡੈਂਟ ਹੈ, ਕੀ ਉਹ ਅਪਲਾਈ ਕਰ ਸਕਦੇ ਆ? ਇਹ ਆਪਾਂ ਕਲੀਅਰ ਕਰ ਦਈਏ ਕਿ ਉਹ ਨਹੀਂ, ਬਿਲਕੁਲ ਨਹੀਂ ਜੀ, ਉਹ ਨਹੀਂ ਕਰ ਸਕਦੇ। ਇਹਦੀ ਕੰਡੀਸ਼ਨ ਪਹਿਲੀ ਹੈ ਜੀ, ਪਰਮਾਨੈਂਟ ਰੈਜ਼ੀਡੈਂਟ ਜਾਂ ਕੈਨੇਡੀਅਨ ਪਾਸਪੋਰਟ ਹੋਲਡਰ ਹੋਣਾ ਜ਼ਰੂਰੀ ਹੈ, ਸਿਟੀਜ਼ਨ ਹੋਣਾ ਜ਼ਰੂਰੀ ਹੈ, ਨਾਗਰਿਕ ਹੋਣਾ ਜ਼ਰੂਰੀ ਹੈ। ਅੱਛਾ, ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਹਾਲੇ ਤੱਕ ਆਪਣੇ ਸਿਰਫ ਮਾਂ-ਬਾਪ ਨੂੰ ਇਹ ਸੱਦ ਸਕੇ, ਮਾਂ-ਬਾਪ ਉਹਨਾਂ ਨੇ ਸੱਦ ਲਏ, ਭਾਵੇਂ ਲੋਟਰੀ ਲੱਗ ਗਈ, ਭਾਵੇਂ ਸੁਪਰ ਵੀਜ਼ੇ ਤੇ ਆਏ, ਇੱਥੇ ਪੱਕੇ ਹੋ ਗਏ, ਪਰ ਹੁਣ ਉਹ ਆਪਣੇ ਦਾਦਾ ਦਾਦੀ ਨੂੰ ਜਾਂ ਨਾਨਾ ਨਾਨੀ ਨੂੰ ਸੱਦਣਾ ਚਾਹੁੰਦੇ ਆ। ਹਾਂਜੀ, ਕਿ ਉਹਨਾਂ ਦਾ ਜਿਹੜਾ ਫੈਮਿਲੀ ਯੂਨਿਟ 4+6, 4 ਤੋਂ ਬਾਅਦ 7-7, ਹਾਂਜੀ, ਤੇ ਫਿਰ 7-7 ਹੋਊ ਉਹਨਾਂ ਦਾ ਜੀ ਅਗਲਾ? ਇਸ ਤਰ੍ਹਾਂ ਹੀ ਹੋਊਗਾ ਜੀ। ਜੇਕਰ ਉਹਨਾਂ ਨੇ ਮਾਂ ਪਿਓ ਨੂੰ ਬੁਲਾਇਆ ਜੀ ਤੇ ਉਹ ਹੈਗੇ ਇੱਥੇ ਦੇ ਵਿੱਚ ਹੈਗੇ ਆ ਜੀ, ਤਾਂ ਉਹ ਫੈਮਿਲੀ ਯੂਨਿਟ ਵਿੱਚ ਕਾਊਂਟ ਹੋਊਗਾ ਜੀ। ਅੱਛਾ, ਹਾਂਜੀ। ਤੇ ਉਹਨਾਂ ਦੇ ਗ੍ਰੈਂਡ ਪੇਰੈਂਟਸ ਆ ਉਹ ਐਕਸਟਰਾ ਵਿੱਚ ਐਡ ਆਨ ਹੋ ਜਾਣਗੇ ਜੀ ਉਹਨਾਂ ਦੀ ਐਪਲੀਕੇਸ਼ਨ ਦੇ ਵਿੱਚ ਜੀ। ਕਿਉਂਕਿ 20 ਸਾਲ ਦੀ ਅੰਡਰਟੇਕਿੰਗ ਹੈ ਜੀ ਇਹ। ਅੱਛਾ, 20 ਸਾਲ ਦੇ ਨਹੀਂ ਹੋਏ, ਜਦੋਂ 20 ਸਾਲ ਤੱਕ ਉਹ ਵਿੱਚ ਇਹਨਾਂ ਨੇ ਅੱਗੇ 10 ਹੁੰਦੀ ਸੀ ਪੁਰਾਣੇ ਵੇਲੇ ਹੁੰਦੇ ਸੀ ਪੁਰਾਣੇ। ਇਹ ਵੀ ਜੇਸਨ ਕੈਨੀ ਸਾਹਿਬ ਉਹਨਾਂ ਦੀ ਮਿਹਰਬਾਨੀ ਦੇਣਾ ਕਾਫੀ ਨੇ ਵੈਸੇ ਉਹਨਾਂ ਦੀਆਂ। ਸੁਪਰ ਵੀਜ਼ਾ ਵੀ ਉਹਨਾਂ ਨੇ ਦੇਣਾ ਜੀ, ਸੁਪਰ ਵੀਜ਼ਾ ਵੀ ਉਹਨਾਂ ਦੇਣਾ, ਸਟੂਡੈਂਟ ਵੀ ਬੇਸਿਕਲੀ ਉਹਨਾਂ ਦੀ ਦੇਣਾ, ਸਟੂਡੈਂਟ ਵੀ ਉਹਨਾਂ ਦੇ ਦੇਣਾ ਜੀ, ਕਿਉਂਕਿ ਉਹ ਚਾਹੁੰਦੇ ਸੀ ਕਿ ਅਸੀਂ ਕਰੀਮ ਲਿਆਈਏ ਇਕੱਠੀ ਕਰਕੇ ਬ੍ਰੇਨ ਡਰੇਨ ਕਰੀਏ। ਇਮੀਗ੍ਰੇਸ਼ਨ ਨੂੰ ਇੱਕ ਵਧੀਆ ਇਨਕਮ ਦਾ ਸੋਰਸ ਹੈ ਜੀ, ਬਹੁਤ ਵੱਡਾ ਜੀ, ਬਹੁਤ ਵੱਡੀ ਇੰਡਸਟਰੀ ਹੈ, ਬਹੁਤ ਵੱਡੀ ਇੰਡਸਟਰੀ ਬਣਾਇਆ ਜੀ। ਅੱਛਾ, ਹੁਣ ਇਹ ਦੱਸੋ, ਬਹੁਤ ਸਾਰੇ ਲੋਕ ਨੇ ਜਿਹੜੇ ਇਸ ਵਕਤ ਉਹਨਾਂ ਕੋਲੋਂ ਕਿਸੇ ਨਾ ਕਿਸੇ ਤਰ੍ਹਾਂ ਦਾ ਕੈਨੇਡੀਅਨ ਵੀਜ਼ਾ ਤਾਂ ਹੈ, ਹਾਂਜੀ, ਪਰ ਇਸ ਗਲੋਬਲ ਪੈਂਡੈਮਿਕ ਦੇ ਕਾਰਨ ਉਹ ਕੈਨੇਡਾ ਤੋਂ ਬਾਹਰ ਬੈਠੇ ਆ। ਹਾਂਜੀ, ਇਸ ਵਕਤ ਕੈਨੇਡਾ ਚ ਆ ਕੌਣ ਸਕਦਾ ਜੀ? ਅਸੀਂ ਪਿਛਲੀ ਇੰਟਰਵਿਊ ਦੇ ਵਿੱਚ ਵੀ ਇਹ ਗੱਲ ਕੀਤੀ ਸੀਗੀ ਜੀ ਕਿ ਜਿਨ੍ਹਾਂ ਦੇ ਕੋਲੇ ਵਰਕ ਪਰਮਿਟ ਪਹਿਲਾਂ ਦੇ ਲੱਗੇ ਹੋਏ ਆ, ਮਾਰਚ 13 ਤੋਂ ਪਹਿਲਾਂ ਦੇ ਲੱਗੇ ਹੋਏ ਆ, ਉਹ ਆ ਸਕਦੇ ਆ ਜੀ, ਪ੍ਰੋਵਾਈਡਡ ਕਿ ਉਹਨਾਂ ਦਾ ਜਿਹੜਾ EMPLOYER ਹੈਗਾ ਇੱਥੇ ਉਹਨਾਂ ਨੂੰ ਲੈਟਰ ਦੇਵੇ ਕਿ ਹਾਂਜੀ ਇਹਨਾਂ ਲਈ ਮੇਰੇ ਕੋਲੇ ਕੰਮ ਅਵੇਲੇਬਲ ਹੈਗਾ ਹੈ। ਅੱਛਾ, ਉਹ ਗੁੱਡ ਸਟੈਂਡਿੰਗ 'ਚ ਹੋਣੀ ਚਾਹੀਦੀ ਹੈ ਜੀ ਕੰਪਨੀ। ਐਂਡ ਜਿਹੜੇ ਆਪਣੇ ਇਮੀਡੀਏਟ ਫੈਮਿਲੀ ਮੈਂਬਰ ਆ ਜੀ, ਉਹ ਆ ਸਕਦੇ ਆ ਜੀ। ਜਿਵੇਂ ਹੁਣ ਇਹਨਾਂ ਨੇ ਉਹਨੂੰ ਇਮੀਡੀਏਟ ਫੈਮਿਲੀ ਮੈਂਬਰ ਦਾ ਘੇਰਾ ਵਧਾਤਾ ਜੀ ਪਿੱਛੇ ਜੇ ਇਹਨਾਂ ਨੇ 15 ਦਿਨ ਪਹਿਲਾਂ ਜੀ। ਇਹਦੇ ਵਿੱਚ ਉਹਨਾਂ ਨੇ ਸਿਬਲਿੰਗਸ ਨੂੰ ਵੀ ਲੈ ਜਾਂਦਾ ਜੀ, ਭੈਣ ਭਰਾ ਵੀ ਆ ਸਕਦੇ ਆ ਜੀ। ਐਂਡ ਜਿਹੜੇ ਸਟੂਡੈਂਟਸ ਹੈਗੇ ਆ ਜੀ ਉਹ ਵੀ ਆ ਸਕਦੇ ਹੈਗੇ ਆ 18 ਅਕਤੂਬਰ ਤੋਂ ਬਾਅਦ। ਜਿਨ੍ਹਾਂ ਦੇ ਜਿਹੜੇ ਇੰਸਟੀਚਿਊਟਸ ਹੈਗੇ ਆ ਉਹਨਾਂ ਨੇ ਆਪਣਾ ਪਲਾਨ ਤਿਆਰ ਕਰ ਲਿਆ ਕਿ ਜਦੋਂ ਉਹ ਇੱਥੇ ਆਉਣਗੇ ਤਾਂ ਅਸੀਂ ਸੋਸ਼ਲ ਡਿਸਟੈਂਸਿੰਗ ਨੂੰ ਕਿਵੇਂ ਫੋਲੋ ਕਰਨਾ ਜੀ। ਜੇਕਰ ਉਹਨਾਂ ਦੀ ਇੰਸਟੀਟਿਊਸ਼ਨ ਨੇ ਕੋਈ ਰੈਡੀਨੈਸ ਕੀਤੀ ਹੋਈ ਆ, ਪਲਾਨ ਬਣਾਇਆ ਹੋਇਆ, ਤਾਂ ਉਹ ਜਿਹੜੇ ਕਾਲਜ ਦੇ ਸਟੂਡੈਂਟਸ ਵੀ ਆ ਸਕਦੇ ਆ ਜੇ ਉਹਨਾਂ ਦਾ ਵੀਜ਼ਾ ਲੱਗਿਆ ਹੋਇਆ ਜੀ। ਤੇ ਕੁਝ ਫੈਮਿਲੀ ਮੈਂਬਰਸ ਉਹ ਆ ਸਕਦੇ ਆ ਜਾਂ ਫਰੈਂਡਸ ਉਹ ਆ ਸਕਦੇ ਆ ਜਿਹੜੇ ਇੱਥੇ ਕੰਪੈਸ਼ਨੇਟ ਹਿਊਮਨਿਟੇਰੀਅਨ ਕੰਪੈਸ਼ਨੇਟ ਬੇਸਿਸ ਤੇ ਆ ਰਹੇ ਆ, ਜਿਵੇਂ ਕੋਈ ਫਿਊਨਰਲ ਤੇ ਆ ਰਹੇ ਆ ਜੀ, ਜਾਂ ਕੋਈ ਸਿਕਨੈਸ ਹੋ ਗਈ ਹੈ ਜੀ, ਘਰ ਦਾ ਫੈਮਿਲੀ ਮੈਂਬਰ ਸਿੱਕ ਹੈ ਜੀ, ਉਹ ਵੀ ਆ ਸਕਦੇ ਆ ਜੀ। ਸੋਰੀ ਇਹ ਜਿੰਨੇ ਮੈਂ ਤੁਹਾਨੂੰ ਦੱਸਿਆ ਜੀ, ਇਹ ਸਾਰੇ ਹੁਣ ਫੈਮਿਲੀ ਮੈਂਬਰ, ਸਟੂਡੈਂਟਸ ਤੇ ਵਰਕ ਪਰਮਿਟ ਵਾਲੇ ਆ ਸਕਦੇ ਆ ਜੀ, ਪ੍ਰੋਵਾਈਡਡ ਵਰਕ ਪਰਮਿਟ ਵਾਲੀ ਕੰਡੀਸ਼ਨ ਹੈਗੀ ਆ ਕਿ ਉਹਨਾਂ ਦੇ ਕੋਲੇ ਆਪਣਾ ਵਰਕ ਜਿਹੜਾ ਹੈਗਾ ਉਹ ਅਵੇਲੇਬਿਲਿਟੀ ਦਾ ਲੈਟਰ ਕੋਲੇ ਹੋਣਾ ਚਾਹੀਦਾ ਹੈ, ਤੇ 14 ਦਿਨ ਦਾ ਕੁਆਰੰਟਾਈਨ ਜਿਹੜਾ ਪਲਾਨ ਆ ਜੀ ਉਹ ਸਾਰਿਆਂ ਨੂੰ ਜਮ੍ਹਾਂ ਕਰਾਉਣਾ ਪੈਣਾ ਹੈ। ਅੱਛਾ, ਤੇ ਹੁਣ ਆਮ ਤੌਰ ਤੇ ਅਸੀਂ ਇਹ ਗੱਲ ਵਿਜ਼ਟਰ ਵੀਜ਼ੇ ਦੀ ਕਰ ਰਹੇ ਹਾਂ, ਕਿਉਂਕਿ ਜੇਕਰ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਹੈ, ਹਾਂਜੀ, ਇਮੀਡੀਏਟ ਤੁਸੀਂ ਫੈਮਿਲੀ ਮੈਂਬਰ ਹੋ, ਮਾਂ ਬਾਪ ਹੋ, ਤੁਸੀਂ ਭੈਣ ਭਰਾ ਹੋ, ਤਾਂ ਤੁਸੀਂ ਤਾਂ ਦੋਸਤ ਮਿੱਤਰ ਵੀ ਦੱਸ ਦਿੱਤਾ, ਪਰ ਰੀਜ਼ਨ ਹੋਣਾ ਚਾਹੀਦਾ ਵੈਲਿਡ। ਉਹ ਜਿਹੜਾ ਮਾਂ ਬਾਪ ਹੈ ਉਹਨੂੰ ਵੀ ਕੋਈ ਰੀਜ਼ਨ ਵੈਲਿਡ ਦੇਣ ਦੀ ਜ਼ਰੂਰਤ ਪੈਗੀ, ਜਾਂ ਉਹਦੇ ਕੋਲ ਵੀਜ਼ਾ ਹੈ ਉਹ ਆ ਸਕਦਾ ਜੀ?
ਨਹੀਂ ਮਾਂ ਪਿਓ ਨੂੰ ਨਹੀਂ ਜੀ ਮਾਂ ਬਾਪ ਨੂੰ, ਭੈਣ ਭਰਾ ਭੈਣ ਨੂੰ ਭਰਾ ਨੂੰ ਉਹਨਾਂ ਨੂੰ ਰੀਜ਼ਨ ਉਹ ਸਿਰਫ ਕਹਿ ਸਕਦੇ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਵਿਜ਼ਿਟ ਕਰਨ ਚੱਲੇ ਵਿਜ਼ਿਟ ਕਰਨ ਚੱਲੇ ਹਾਂ ਜੀ। ਜਿਹੜਾ ਸਿਬਲਿੰਗ ਆ ਉਹਨੂੰ ਲੋੜ ਆ, ਫਾਰਮ ਭਰਨਾ ਪੈਂਦਾ, ਇੱਕ ਪ੍ਰੋਪਰ ਪ੍ਰੋਸੀਜਰ ਆ, ਪਰਮਿਸ਼ਨ ਲੈਣੀ ਪੈਂਦੀ ਆ, ਫਿਰ ਉਹ ਆ ਸਕਦੇ ਆ। ਕੋਈ ਈਮੇਲ ਕਰਨੀ ਪੈਂਦੀ, ਕੀ ਕਰਨਾ ਪੈਂਦਾ? ਪ੍ਰੋਪਰ ਇੱਕ ਈਮੇਲ, ਹੁਣ ਤਾਂ ਫਾਰਮ ਕਰਤਾ ਜੀ ਉਹਨਾਂ ਨੇ। ਅੱਛਾ ਜੀ। ਹੁਣ ਫਾਰਮ ਭਰਨਾ ਪੈਂਦਾ ਪ੍ਰੋਪਰ, ਉਹ ਉੱਥੇ ਭੇਜ ਕੇ ਸਾਈਨ ਕਰਕੇ ਇੱਥੋਂ ਨੋਟਰੀ ਕਰਾਉਣਾ ਪੈਂਦਾ, ਫਿਰ ਪਰਮਿਸ਼ਨ ਲੈਣੀ ਪੈਂਦੀ ਹੈ ਜੀ। ਅੱਛਾ, ਹੁਣ ਇਹ ਸਾਰਾ ਕੁਝ ਕਿਉਂਕਿ BLS ਦੇ ਦਫ਼ਤਰ ਵੀ ਬੰਦ ਪਏ ਆ, ਇਹ ਸਾਰਾ ਕੁਝ ਕਰਨਾ ਕਿਵੇਂ ਪਊਗਾ ਜੀ? ਕੋਈ ਆਨਲਾਈਨ ਹੈ ਜੀ। ਆਨਲਾਈਨ ਹੈ ਜੀ। ਆਨਲਾਈਨ ਪ੍ਰੋਸੀਜਰ ਰੱਖਿਆ ਜੀ ਕਿ ਪਹਿਲਾਂ ਜਿਹੜੀ ਪਰਮਿਸ਼ਨ ਲੈਣੀ ਉਹ ਆਨਲਾਈਨ ਹੀ ਜਮ੍ਹਾਂ ਕਰਾਉਣੀ ਹੈ ਜੀ। CIC ਨੇ ਅਪਰੂਵ ਕਰਨਾ ਜੀ ਉਹਨੂੰ। ਅੱਛਾ। ਪਿਛਲੇ ਦਿਨਾਂ ਦੇ ਵਿੱਚ ਸਾਨੂੰ ਕੁਝ ਕਾਲਸ ਆਈਆਂ ਕਿ ਸਾਡੇ ਪੇਰੈਂਟਸ ਜਾਂ ਸਾਡੇ ਭੈਣ ਭਰਾ ਆਏ ਸੀਗੇ, ਖਾਸ ਤੌਰ ਤੇ ਭੈਣਾਂ ਭਰਾਵਾਂ ਦੇ ਇਸ਼ੂ ਦੇ ਵਿੱਚ, ਕਿ ਉਹਨਾਂ ਨੂੰ 에ਅਰਪੋਰਟ ਤੇ ਰੋਕਿਆ ਹੋਇਆ ਹੈ ਕਿਉਂਕਿ ਉਹਨਾਂ ਦੇ ਕੋਲੇ ਪਰਮਿਸ਼ਨ ਨਹੀਂ ਸੀਗੀ ਜੀ। ਸੋ ਉਹ ਪਰਮਿਸ਼ਨ ਲੈਣੀ ਬਹੁਤ ਜ਼ਰੂਰੀ ਹੈ ਜੀ। ਲੋਕ ਸਮਝਦੇ ਜਿਵੇਂ ਪਹਿਲਾਂ ਵਾਂਗੂ ਆਪਣੇ ਕੋਲ ਵੀਜ਼ਾ ਹੈਗਾ, ਟਿਕਟ ਚਲੋ ਲਈ ਤਾਂ ਚੱਲੀਏ ਕਰਨਾ ਚਾਹੀਦਾ ਨਹੀਂ, ਹੁਣ ਨਹੀਂ ਜੀ ਉਹ ਹੈਗਾ ਜੀ। ਹੁਣ ਪਹਿਲਾਂ ਤੁਹਾਨੂੰ ਪਰਮਿਸ਼ਨ ਲੈਣੀ ਜ਼ਰੂਰੀ ਹੈ ਜੀ, ਫਿਰ ਤੁਸੀਂ ਟਿਕਟ ਲਓ ਜੀ। ਉਹ ਡਾਕੂਮੈਂਟ ਤੁਹਾਡੇ ਹੱਥ 'ਚ ਹੋਣਾ ਚਾਹੀਦਾ, ਤਾਂ ਐਂਟਰੀ ਨਹੀਂ ਤਾਂ ਵਾਪਸ। ਪਰ ਇਹਦੇ ਨਾਲ ਮੈਂ ਦਰਸ਼ਕਾਂ ਨੂੰ ਇੱਕ ਹੋਰ ਬਿਲਕੁਲ ਗੱਲ ਕਲੀਅਰ ਕਰ ਦੇਣੀ ਚਾਹੁੰਦਾ, ਜਿਹੜਾ ਵੀਜ਼ਾ ਨਾ ਸਾਨੂੰ ਇੱਕ ਪ੍ਰਿਵਿਲੇਜ ਦਿੱਤਾ ਗਿਆ ਕੈਨੇਡੀਅਨ ਸਰਕਾਰ ਦੇ ਵੱਲੋਂ ਕਿ ਤੁਸੀਂ ਆਓ, ਸਾਡੇ ਮੁਲਕ ਦੇ ਚੰਗੀਆਂ ਥਾਵਾਂ ਦੇਖੋ, ਘੁੰਮੋ ਫਿਰੋ, ਦੋਸਤਾਂ ਮਿੱਤਰਾਂ ਨੂੰ, ਪਰਿਵਾਰਕ ਮੈਂਬਰਾਂ ਨੂੰ ਮਿਲੋ ਗਿਲੋ। ਪਰ ਆਖਰੀ ਜਾਂ ਫਾਈਨਲ ਜਿਹੜਾ ਡਿਸੀਜਨ ਆ ਉਹ CBSA ਆਫੀਸਰ ਨੇ ਲੈਣਾ ਹੁੰਦਾ। ਤੁਸੀਂ ਕਿਸੇ ਵੀ 에ਅਰਪੋਰਟ ਤੇ ਉਤਰਦੇ ਹੋ, ਤੁਹਾਡੇ ਕੋਲੇ ਭਾਵੇਂ ਵਰਕ ਪਰਮਿਟ ਹੈ, ਤੁਹਾਡੇ ਕੋਲੇ ਵਿਜ਼ਟਰ ਵੀਜ਼ਾ ਹੈ, ਜਾਂ ਤੁਹਾਡੇ ਕੋਲ ਕਿਸੇ ਹੋਰ ਤਰ੍ਹਾਂ ਦਾ ਵੀਜ਼ਾ ਹੈ, ਉਹ ਕੈਨੇਡਾ ਦੇ ਵਿੱਚ ਐਂਟਰੀ ਤੁਹਾਡੀ ਡਿਨਾਈ ਕਰ ਸਕਦੇ ਆ। ਪਰ ਇਹ ਨਾ ਕਿਤੇ ਸੋਚ ਕੇ ਚੜਿਓ ਕਿ ਸਾਡੇ ਕੋਲ ਵੀਜ਼ਾ ਹੈ, ਹੁਣ ਸਾਨੂੰ ਕੌਣ ਰੋਕੂ? ਬਿਲਕੁਲ ਜੀ, ਬਿਲਕੁਲ ਸਹੀ। ਲਾਸਟ ਡਿਸੀਜਨ ਜਿਵੇਂ ਤੁਸੀਂ ਕਿਹਾ ਜੀ, ਉਹ ਪੋਰਟ ਆਫ ਐਂਟਰੀ ਦੇ ਉੱਪਰ CBSA ਆਫੀਸਰ ਨੇ ਲੈਣਾ ਹੁੰਦਾ ਜੀ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਹੀ ਮੈਂ ਹੋਰ ਐਡ ਕਰ ਦਿੰਦਾ ਜੀ, ਸਟੂਡੈਂਟਸ ਨੂੰ ਬਹੁਤ ਬੈਕ ਮੋੜਿਆ ਜੀ, ਕਿਉਂਕਿ ਉਹਨਾਂ ਦੇ ਜਿਹੜਾ ਕੁਰੀਕੁਲਮ ਦਾ ਪਾਰਟ ਇਵੇਂ ਦਾ ਕੁਝ ਵੀ ਨਹੀਂ ਸੀਗਾ ਜਿਹੜਾ ਇੱਥੇ ਪੂਰਾ ਕੀਤੇ ਬਣਾ ਨਹੀਂ ਸਰਦਾ ਸੀ। ਹੁਣ ਜੇ ਉਹੀ ਸਟੂਡੈਂਟਸ ਅਲਾਉਡ ਹੈਗੇ ਆ, ਜਿਵੇਂ ਮੈਂ ਐਗਜ਼ਾਮਪਲ ਦਿੱਤੀ ਸੀ ਪਹਿਲਾਂ, ਕਿ ਮੰਨ ਲਓ ਕਿ ਫਲਾਈਂਗ ਸਕੂਲ ਦੇ ਵਿੱਚ ਆ ਰਿਹਾ ਜੀ, ਕਿ ਉਹਨੇ ਪਲੇਨ ਉਡਾਉਣਾ ਸਿੱਖਣਾ ਇੱਥੇ, ਤਾਂ ਉਹ ਇੱਥੇ ਆ ਕੇ ਸਿੱਖ ਸਕਦਾ ਜੀ। ਪ੍ਰੈਕਟੀਕਲ ਨੇ ਜਿਹਨਾਂ ਦੇ, ਪ੍ਰੈਕਟੀਕਲ ਨੇ। ਸੋ ਜਿਹਨਾਂ ਦੇ ਨਹੀਂ ਹੈਗੇ ਜੀ, ਜਿਹਨਾਂ ਦਾ ਕੁਰੀਕੁਲਮ ਆਨਲਾਈਨ ਪੜ੍ਹਿਆ ਜਾ ਸਕਦਾ ਹੈ, ਉਹਨਾਂ ਨੇ CBSA ਆਫੀਸਰਸ ਨੇ ਪਿੱਛੇ ਬੈਕ ਮੋੜਿਆ ਜੀ। ਹੁਣ ਵੀ ਉਹੀ ਆਊਗਾ ਜਿਹੜਾ ਬਾਅਦ ਚ ਅਕਤੂਬਰ ਜਿਹਦਾ ਦੱਸਿਆ ਗੁਰਮੀਤ ਉਹਨਾਂ ਨੇ, 18 ਅਕਤੂਬਰ ਤੋਂ ਬਾਅਦ 18 ਅਕਤੂਬਰ ਤੋਂ ਬਾਅਦ ਉਹੀ ਆਊਗਾ, ਜਿਹਦਾ DLI ਲਿਸਟ ਜਿਹੜੀ ਆ ਵੈਬਸਾਈਟ ਤੇ ਪਾਊਗੀ, ਉਸ ਕਾਲਜ ਜਿਹੜਾ ਪੜ੍ਹਦਾ ਹੋਊਗਾ ਉਹੀ ਆਊਗਾ। ਅਦਰਵਾਈਜ਼ ਉਹਨਾਂ ਨੇ ਦੱਸਣਾ ਕਿ ਸਾਡੇ ਕੋਲੇ ਪਲਾਨ ਰੈਡੀ ਆ। ਅੱਛਾ। ਸਾਡੇ ਕੋਲੇ ਕੋਵਿਡ ਨੂੰ ਜਿਹੜਾ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਪਲਾਨ ਆ ਉਹ ਸਾਡੇ ਕੋਲ ਰੈਡੀ ਆ, ਐਂਡ ਅਸੀਂ ਉਹਦੇ ਲਈ ਤਿਆਰ ਆ, ਸਾਡਾ ਇੰਸਟੀਚਿਊਟ ਤਿਆਰ ਆ। ਸਿਰਫ ਉਸੇ ਹੀ ਇੰਸਟੀਚਿਊਟ ਦੇ ਸਟੂਡੈਂਟਸ ਆਉਣਗੇ। ਸੋ ਗਿੱਲ ਸਾਹਿਬ, ਆਪਣੇ ਕੋਲੇ 1 ਮਿੰਟ ਦਾ ਟਾਈਮ ਫਰੇਮ ਹੈ। ਅਖੀਰ ਦੇ ਵਿੱਚ ਜਿਹੜੇ ਦਰਸ਼ਕ ਵੇਖ ਰਹੇ ਨੇ ਉਹਨਾਂ ਨੂੰ ਇਹ ਜਾਣਕਾਰੀ ਦੇ ਦਿਓ ਕਿ ਜੇਕਰ ਵੀਜ਼ਾ ਲਿੰਕ ਦੇ ਨਾਲ ਚੰਗੇ ਤਰੀਕੇ ਨਾਲ ਰਾਬਤਾ ਕਾਇਮ ਕਰਨਾ ਹੋਵੇ ਤਾਂ ਤੁਹਾਡੇ ਨਾਲ ਕਿਵੇਂ ਰਾਬਤਾ ਕਾਇਮ ਕੀਤਾ ਜਾ ਸਕਦਾ? ਹਾਂਜੀ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸਾਡੇ ਫੋਨ ਨੰਬਰ 7785655399, ਮੇਰਾ ਫੋਨ ਨੰਬਰ 6045126708 ਤੇ ਗੁਰਮੀਤ ਹੋਣਾ ਦਾ ਫੋਨ ਨੰਬਰ 7782463637 ਹੈ ਜੀ। ਸਿੱਧੂ ਸਾਹਿਬ, ਹੁਣ ਤੁਸੀਂ, ਕਿਉਂਕਿ ਆਮ ਤੌਰ ਤੇ ਕਈ ਵਾਰੀ ਹੁੰਦਾ ਫੋਨ ਤੇ ਕਈ ਵਾਰੀ ਆਪਣੇ ਦਿਨ ਰਾਤ ਦਾ ਫਰਕ ਹੈ, ਕਿਸੇ ਹੋਰ ਕੰਟਰੀ ਚੋਂ ਕਰਨਾ ਹੋਵੇ, ਸਭ ਤੋਂ ਬੈਸਟ ਆਈਡੀਆ ਕੀ ਹੁੰਦਾ ਹੈ ਕਿ ਈਮੇਲ ਕਰਨ, ਡਿਟੇਲਡ ਜਾਣਕਾਰੀ ਦੇਣ, ਕਿਉਂਕਿ ਕਿਵੇਂ ਕੀਤਾ ਜਾ ਸਕਦਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਸਾਡੀ ਵੈਬਸਾਈਟ ਚੈੱਕ ਕਰਨ ਜੀ, visalink.ca। ਉਹਦੇ ਉੱਪਰ ਅਸੀਂ ਬਹੁਤ ਸਾਰੀ ਇਨਫੋਰਮੇਸ਼ਨ ਵੀ ਪਾਈ ਹੁੰਦੀ ਹੈ ਜੀ। ਅੱਛਾ ਜੀ। ਐਂਡ ਸਾਡਾ ਜਿਹੜਾ ਵੀਜ਼ਾ ਲਿੰਕ ਦਾ ਪੇਜ ਹੈਗਾ ਜੀ, ਫੇਸਬੁੱਕ ਪੇਜ ਬਹੁਤ ਫੇਮਸ ਆ ਜੀ, 25000 ਤੋਂ ਉੱਪਰ ਉਹਦੇ ਉੱਪਰ ਲਾਈਕਸ ਹੈਗੇ ਆ ਜੀ, ਲੋਕ ਫੋਲੋ ਕਰਦੇ ਆ। ਵੀਜ਼ਾ ਲਿੰਕ ਇਮੀਗ੍ਰੇਸ਼ਨ ਦਾ ਪੇਜ ਹੈਗਾ ਜੀ, ਉਹਦੇ ਤੇ ਜਾ ਸਕਦੇ ਆ। ਸਾਡੀ ਜਿਹੜੀ ਈਮੇਲ ਹੈਗੀ ਉਹਦੇ ਥਰੂ ਸਾਨੂੰ ਈਮੇਲ ਸੈਂਡ ਕਰ ਸਕਦੇ ਆ। ਜੇ ਕਿਸੇ ਨੂੰ ਨਹੀਂ ਵੀ ਪਤਾ ਲੱਗਦਾ, ਉੱਥੋਂ ਨਹੀਂ ਜਾਣਕਾਰੀ ਉਨੀ ਅਵੇਲੇਬਲ ਹੈਗੀ, ਤਾਂ ਸਾਨੂੰ ਈਮੇਲ ਦੇ ਥਰੂ ਸਾਨੂੰ ਆਪਣੀ ਇਨਫੋਰਮੇਸ਼ਨ ਭੇਜੀ ਜਾ ਸਕਦੀ ਹੈ। visalinkcanada@gmail.com ਸਾਡਾ ਈਮੇਲ ਆ ਜੀ। ਇਹਦੇ ਉੱਪਰ ਈਮੇਲ ਭੇਜ ਸਕਦੇ ਆ, ਆਪਣਾ ਰੈਜ਼ੂਮੇ ਭੇਜ ਸਕਦੇ ਆ। ਸਾਡਾ YouTube ਚੈਨਲ ਵੀ ਹੈਗਾ ਜੀ, ਵੀਜ਼ਾ ਲਿੰਕ ਇਮੀਗ੍ਰੇਸ਼ਨ ਦਾ YouTube ਚੈਨਲ ਆ। ਬਾਕੀ ਗਿੱਲ ਸਾਹਿਬ ਨੇ ਜਿਵੇਂ ਫੋਨ ਨੰਬਰ, ਸਾਡਾ ਮੇਨ ਫੋਨ ਨੰਬਰ ਆਫਿਸ ਦਾ ਹੈਗਾ ਜੀ 7785655399। ਇਸ ਫੋਨ ਦੇ ਉੱਪਰ ਕਾਲ ਕਰਕੇ ਵੀ ਜਿਹੜੀ ਜ਼ਿਆਦਾ ਜਾਣਕਾਰੀ ਲਈ ਜਾ ਸਕਦੀ ਹੈ। ਸਿੱਧੂ ਸਾਹਿਬ, ਗਿੱਲ ਸਾਹਿਬ, ਤੁਹਾਡਾ ਦੋਵੇਂ ਵੀਰਾਂ ਦਾ ਧੰਨਵਾਦ ਜੀ। ਫਿਰ ਕਿਸ ਦਿਨ ਸਬਬ ਬਣਿਆ ਗੱਲਬਾਤ ਕਰਾਂਗੇ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਬਾਈ ਜੀ, ਥੈਂਕ ਯੂ ਜੀ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਖਾਸ ਮੁਲਾਕਾਤ। ਉਮੀਦ ਕਰ ਰਿਹਾ ਕਿ ਇਸ ਮੁਲਾਕਾਤ ਦੇ ਵਿੱਚੋਂ ਤੁਹਾਨੂੰ ਪੁਖਤਾ ਜਾਣਕਾਰੀ ਮਿਲੀ ਹੋਏਗੀ। ਗੁਰਮੀਤ ਸਿੱਧੂ ਅਤੇ ਦੇਵ ਗਿੱਲ ਹੋਰਾਂ ਨੇ ਜੋ ਵੀਜ਼ਾ ਲਿੰਕ ਤੋਂ ਸਾਡੇ ਮਹਿਮਾਨ ਦੇ ਤੌਰ ਤੇ ਪ੍ਰੋਗਰਾਮ ਦੌਰਾਨ ਸ਼ਿਰਕਤ ਕਰ ਰਹੇ ਸਨ। ਮਾਪੇ ਕਿਵੇਂ ਆ ਸਕਦੇ ਆ, ਕਿਹੜੇ-ਕਿਹੜੇ ਕੈਨੇਡਾ ਦੇ ਵਿੱਚ ਇਸ ਵਕਤ ਵਿਅਕਤੀ ਆ ਸਕਦੇ ਤੇ ਕਿਹਨਾਂ ਦੇ ਉੱਤੇ ਪਾਬੰਦੀਆਂ ਹਾਲੇ ਵੀ ਬਰਕਰਾਰ ਨੇ। ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਏਗੀ। ਤੇ ਹੁਣ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ। ਤੁਸੀਂ ਦੇਖਦੇ ਰਹੋ ਸਾਂਝਾ TV।